ਕਨੈਕਟ FM ਕੈਨੇਡਾ ਦੇ ਵਿੱਚ ਤੁਹਾਡਾ ਸਵਾਗਤ ਹੈ। ਮੈਂ ਮਨਪ੍ਰੀਤ ਰੰਧਾਵਾ। ਪਿਛਲੇ ਦਿਨਾਂ ਦੇ ਵਿੱਚ ਮੈਂ ਤੁਹਾਡੇ ਨਾਲ ਇੱਕ ਗੱਲ ਕੀਤੀ ਸੀ ਕਿ ਕਿਸ ਤਰ੍ਹਾਂ ਪੰਜਾਬ ਦੇ ਵਿੱਚ ਲੋਟਰੀਜ਼ ਦਾ ਬੜਾ ਵੱਡਾ ਸਕੈਮ ਆ। ਪੰਜਾਬ ਸਰਕਾਰ ਨੂੰ ਕਿਸ ਤਰ੍ਹਾਂ ਮਾਲੀਏ ਦਾ ਨੁਕਸਾਨ ਹੋ ਰਿਹਾ, ਪੰਜਾਬ ਸਰਕਾਰ ਦਾ ਕਿਸ ਤਰ੍ਹਾਂ ਜਿਹੜੀ ਆਮਦਨ ਆਉਣੀ ਸੀ ਉਹ ਕਿਤੇ ਨਾ ਕਿਤੇ ਖਰਾਬ ਹੋ ਰਹੀ ਆ, ਉਹਨਾਂ ਨੂੰ ਮਿਲ ਨਹੀਂ ਰਹੀ। ਬਲਕਿ ਜਿਹੜੀਆਂ ਸਾਡੇ ਤੋਂ ਵੀ ਬਹੁਤ ਛੋਟੀਆਂ ਸਟੇਟਸ ਨੇ, ਸੂਬੇ ਨੇ, ਉਹ ਸਾਡੇ ਤੋਂ ਕਿਤੇ ਵੱਧ ਮਾਲੀਆ ਕਮਾ ਰਹੀਆਂ ਨੇ। ਇਸ ਬਾਰੇ ਜਦੋਂ ਤੁਹਾਡੇ ਨਾਲ ਗੱਲ ਕੀਤੀ ਤਾਂ ਤੁਹਾਡਾ ਬਹੁਤ ਸੋਹਣਾ ਰਿਸਪੌਂਸ ਆਇਆ ਔਰ ਬਹੁਤ ਸਾਰੇ ਸਾਡੇ ਜਿਹੜੇ ਦਰਸ਼ਕ ਸੀ ਜਾਂ ਜਿਹੜੇ ਸਾਡੇ ਸਰੋਤੇ ਸੀ ਉਹ ਸਾਡੇ ਤੋਂ ਹੋਰ ਵੀ ਇਹਦੇ ਬਾਰੇ ਕੁਝ ਜਾਣਨਾ ਚਾਹੁੰਦੇ ਸੀ ਕਿ ਪੰਜਾਬ ਸਰਕਾਰ ਇਸ 'ਤੇ ਕਰ ਕਿਉਂ ਨਹੀਂ ਰਹੀ ਕੁਝ। ਉਹ ਚਾਹੁੰਦੇ ਸੀ ਕਿ ਜੇ ਇੱਥੋਂ ਮਾਲੀਆ ਆਉਂਦਾ ਤਾਂ ਇਹਨੂੰ ਕਮਾਇਆ ਕਿਉਂ ਨਹੀਂ ਜਾ ਰਿਹਾ, ਅਤੇ ਉਹ ਕਿਹੜੇ ਲੋਕ ਨੇ ਜਿਹੜੇ ਇਸ ਦੇ ਵਿੱਚ ਅੜਚਨਾਂ ਲਾ ਰਹੇ ਨੇ, ਮੁਸ਼ਕਲਾਂ ਪੈਦਾ ਕਰ ਰਹੇ ਨੇ ਜਾਂ ਕਿਸੇ ਨਾ ਕਿਸੇ ਤਰ੍ਹਾਂ ਦੀਆਂ ਸਮੱਸਿਆਵਾਂ ਖੜੀਆਂ ਕਰ ਰਹੇ ਨੇ। ਇਸ ਚੀਜ਼ ਨੂੰ ਹੋਰ ਜਾਣਨ ਲਈ ਅੱਜ ਸਾਡੇ ਸਟੂਡੀਓ ਦੇ ਵਿੱਚ ਮੌਜੂਦ ਨੇ ਅਰੁਣਜੋਤ ਸਿੰਘ ਸੋਢੀ। ਅਰੁਣਜੋਤ ਸਿੰਘ ਸੋਢੀ ਉਹ ਸ਼ਖਸੀਅਤ ਨੇ ਜਿਨ੍ਹਾਂ ਨੇ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਅਰਜ਼ੀਆਂ ਵੀ ਲਾਈਆਂ, ਪਟੀਸ਼ਨਸ ਦਾਇਰ ਕੀਤੀਆਂ ਔਰ ਨਾਲ ਦੀ ਨਾਲ ਇਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਕਈ ਆਪਣੀਆਂ ਰਿਪਰੈਜ਼ੈਂਟੇਸ਼ਨਸ ਦਿੱਤੀਆਂ, ਕਈ ਚਿੱਠੀਆਂ ਲਿਖੀਆਂ। ਇਸੇ ਤਰ੍ਹਾਂ ਪੰਜਾਬ ਦੇ ਜਿਹੜੇ ਫਾਈਨੈਂਸ ਮਿਨਿਸਟਰ ਨੇ ਹਰਪਾਲ ਸਿੰਘ ਚੀਮਾ, ਉਹਨਾਂ ਨੂੰ ਵੀ ਇਹਨਾਂ ਨੇ ਕਈ ਚਿੱਠੀਆਂ ਲਿਖੀਆਂ। ਇਸੇ ਤਰ੍ਹਾਂ ਇਸੇ ਮਹਿਕਮੇ ਦੇ ਇਹਨਾਂ ਦੇ ਪ੍ਰਿੰਸੀਪਲ ਸੈਕਟਰੀ ਨੇ ਅਰੁਣ ਕੁਮਾਰ ਸਿਨਹਾ, ਉਹਨਾਂ ਨੂੰ ਵੀ ਚਿੱਠੀਆਂ ਲਿਖੀਆਂ। ਹਜੇ ਤੱਕ ਕੋਈ ਜਵਾਬ ਨਹੀਂ ਆਇਆ। ਇਹਨਾਂ ਤੋਂ ਆਪਾਂ ਜਾਣਦੇ ਹਾਂ ਕਿ ਇਹ ਸਾਰਾ ਮਾਮਲਾ ਹੈ ਕੀ ਹੈ, ਕਿਉਂ ਪੰਜਾਬ ਸਰਕਾਰ ਲਗਾਤਾਰ ਘਾਟੇ ਖਾ ਰਹੀ ਆ ਤੇ ਕੀ ਇਸ ਤਰ੍ਹਾਂ ਦੇ ਸਟੈਪਸ ਲਏ ਜਾ ਸਕਦੇ ਨੇ, ਉਹ ਕਿਹੜੇ ਕਦਮ ਲਏ ਜਾ ਸਕਦੇ ਨੇ ਜਿਸ ਨਾਲ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਇੰਪਰੂਵ ਕੀਤੀਆਂ ਜਾ ਸਕਣ ਜਾਂ ਮਾਲੀਆ ਵਧਾਇਆ ਜਾ ਸਕੇ। ਸੋਢੀ ਸਾਹਿਬ, ਸਵਾਗਤ ਹੈ ਤੁਹਾਡਾ ਸਾਡੇ ਕਨੈਕਟ FM ਦੇ ਵਿੱਚ। ਜੀ ਰੰਧਾਵਾ ਸਾਹਿਬ, ਬਹੁਤ ਬਹੁਤ ਧੰਨਵਾਦ ਤੁਹਾਡਾ। ਸਭ ਤੋਂ ਪਹਿਲਾਂ ਤਾਂ ਤੁਸੀਂ ਮੈਨੂੰ ਇਹ ਦੱਸੋ ਕਿ ਪਟੀਸ਼ਨਸ ਦਾਇਰ ਕਰਨ ਦੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਕੀ ਲੋੜ ਪੈ ਗਈ? ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਤੇ ਪੰਜਾਬ ਦੇ ਫਾਈਨੈਂਸ ਮਿਨਿਸਟਰ ਨੂੰ ਚਿੱਠੀਆਂ ਲਿਖਣ ਦੀ ਕੀ ਲੋੜ ਪੈ ਗਈ ਜੀ? ਔਰ ਸਾਨੂੰ ਇਹ ਵੀ ਦੱਸੋ, ਕਿਉਂਕਿ ਮੈਨੂੰ ਇਹ ਵੀ ਪਤਾ ਕਿ ਤੁਸੀਂ ਖੁਦ ਲੋਟਰੀ ਬਿਜ਼ਨਸ ਦੇ ਵਿੱਚ ਰਹੇ ਹੋ, ਸੋਲ ਸੈਲਿੰਗ ਏਜੰਟ ਰਹੇ ਹੋ, ਕੀ ਕਾਰਨ ਆ ਕਿ ਇਸ ਪਾਸੇ ਸਰਕਾਰ ਦਾ ਹੁਣ ਧਿਆਨ ਹੀ ਨਹੀਂ ਰਿਹਾ? ਜੀ ਰੰਧਾਵਾ ਸਾਹਿਬ, ਮੈਂ ਸਭ ਤੋਂ ਪਹਿਲਾਂ ਦੱਸਣਾ ਚਾਹੁੰਦਾ ਕਿ ਮੈਨੂੰ ਮਈ ਮਹੀਨੇ ਦੇ ਵਿੱਚ ਪਤਾ ਲੱਗਿਆ ਕਿ ਪੰਜਾਬ ਸਰਕਾਰ ਹੈ, ਲੋਟਰੀ ਵਿਭਾਗ ਹੈ, ਉਹ ਨਵਾਂ ਟੈਂਡਰ ਲੈ ਕੇ ਆ ਰਹੀ ਹੈ। ਉਹਦੇ ਲਈ ਉਹਨੇ ਸਲਾਹ ਮੰਗੀ ਹੈ ਅਤੇ ਜਿਹਦੇ 'ਚ ਸੋਲ ਸੇਲਿੰਗ ਏਜੰਟ ਬੁਲਾਏ ਹੈ। ਮੈਂ ਉੱਥੇ ਗਿਆ ਜਿੱਥੇ ਕਿ ਮਾਨਯੋਗ ਹਰਪਾਲ ਸਿੰਘ ਚੀਮਾ ਵੀ ਸੀ, ਅਜਵਾਏ ਕੁਮਾਰ ਸਿਨਹਾ। ਤੁਸੀਂ 25 ਮਾਰਚ ਵਾਲੀ ਉਸ ਬੈਠਕ ਦੀ ਗੱਲ ਕਰ ਰਹੇ ਹੋ? 25 ਮਾਰਚ ਨੂੰ ਜੀ। ਮੈਂ 25 ਮਾਰਚ ਨੂੰ ਗਿਆ, ਉੱਥੇ FM ਸਾਹਿਬ ਵੀ ਸੀ, ਅਜਵਾਏ ਕੁਮਾਰ ਸਿਨਹਾ ਸੀ, PSF ਜਿਹੜੇ ਆਪਣੇ ਨਾਲ ਡਾਇਰੈਕਟਰ ਲੋਟਰੀ ਸੀ, ਤੇ ਹੋਰ ਵੀ ਸੋਲ ਸੇਲਿੰਗ ਏਜੰਟ ਅਮਨਦੀਪ ਬਾਂਸਲ ਜੀ ਸੀ। ਉਹਨਾਂ ਦੇ ਕੋਲ ਮੈਂ ਮੁੱਦਾ ਉਠਾਇਆ ਕਿ ਸਰ ਮੈਂ 2008-9 ਦੇ ਵਿੱਚ ਸੋਲ ਸੇਲਿੰਗ ਏਜੰਟ ਰਿਹਾ। ਉਸ ਟਾਈਮ ਪੰਜਾਬ ਲੋਟਰੀ ਵਿਭਾਗ ਕਰੀਬ 150 ਤੋਂ ਪੌਣੇ 200 ਕਰੋੜ ਰੁਪਇਆ ਕਮਾ ਰਿਹਾ ਸੀ। 2008 ਤੋਂ ਲੈ ਕੇ 2023 ਤੱਕ ਅੱਜ ਕਿੰਨੀ ਜ਼ਿਆਦਾ ਆਬਾਦੀ ਵੱਧ ਗਈ। ਉਹ ਮਾਲੀਆ 200 ਕਰੋੜ ਤੋਂ ਅੱਜ 500 ਕਰੋੜ ਹੋਣਾ ਚਾਹੀਦਾ ਸੀ, ਪਰੰਤੂ ਉਹ ਮਾਲੀਆ ਘਟ ਕੇ ਅੱਜ ਸਿਰਫ 30 ਕਰੋੜ ਰੁਪਇਆ ਰਹਿ ਗਿਆ। ਮੈਂ ਉਹਨਾਂ ਨੂੰ ਉਦਾਹਰਨ ਦਿੱਤੀ, ਮੈਂ ਕਿਹਾ ਸਰ ਪੰਜਾਬ ਨਾਲੋਂ ਕੇਰਲ ਬਹੁਤ ਛੋਟੀ ਸਟੇਟ ਹੈ, ਸਿੱਕਮ ਬਹੁਤ ਛੋਟੀ ਸਟੇਟ ਹੈ, ਵੈਸਟ ਬੰਗਾਲ ਕਿੰਨੀ ਛੋਟੀ ਸਟੇਟ ਹੈ, ਗੋਆ ਕਿੰਨੀ ਛੋਟੀ ਸਟੇਟ ਹੈ। ਰੰਧਾਵਾ ਸਾਹਿਬ, ਤੁਸੀਂ ਹੈਰਾਨ ਹੋਵੋਗੇ, ਕੇਰਲ ਇਸ ਵੇਲੇ ਸਾਲਾਨਾ 1740 ਕਰੋੜ ਰੁਪਇਆ ਕਮਾ ਰਿਹਾ ਲਾਟਰੀ ਵਿਭਾਗ ਤੋਂ, ਤੇ ਉਹਦਾ ਸਾਰਾ ਹੈਲਥ ਸਿਸਟਮ ਐਂਡ ਐਜੂਕੇਸ਼ਨ ਸਿਸਟਮ ਸਾਰਾ ਉਸ ਮਾਲੀਏ ਤੇ ਚੱਲਦਾ ਹੈ। ਕਿੱਡੀ ਵੱਡੀ ਗੱਲ ਹੈ। ਤੇ ਪੰਜਾਬ ਉਸ ਤੋਂ ਕਿੱਡਾ ਪ੍ਰਫੁੱਲਤ ਸੂਬਾ ਹੈ, ਪਰੰਤੂ ਇਹਦੇ ਚ ਮਾਲੀਆ ਸਿਰਫ ਸਰਕਾਰ ਨੂੰ 30 ਕਰੋੜ ਰੁਪਇਆ ਜਾ ਰਿਹਾ ਹੈ। ਇਹ ਨਹੀਂ ਮਾਲੀਆ ਨਹੀਂ ਕਮਾਇਆ ਜਾ ਰਿਹਾ, ਮਾਲੀਆ ਕਮਾਇਆ ਜਾ ਰਿਹਾ ਹੈ, ਪਰੰਤੂ ਚੋਰ ਮੋਰੀਆ ਰਹੀ ਮਾਲੀਆ ਜਿਹੜਾ ਲੀਕ ਹੋ ਰਿਹਾ ਹੈ, ਸਰਕਾਰ ਨੂੰ ਸਿਰਫ 30 ਕਰੋੜ ਰੁਪਇਆ ਹੀ ਆ ਰਿਹਾ ਹੈ ਜੀ। ਮੈਂ ਉਹਨਾਂ ਨੂੰ ਸਲਾਹ ਦਿੱਤੀ ਸੀ ਵੀ ਤੁਸੀਂ ਟੈਂਡਰ ਨਵਾਂ ਜਿਹੜਾ ਲੈ ਕੇ ਆ ਰਹੇ ਹੋ, ਟੈਂਡਰ ਇਸ ਤਰੀਕੇ ਦਾ ਲੈ ਕੇ ਆਓ ਜਿਹਦੇ 'ਚ ਮਾਰਕੀਟ 'ਚ ਕੰਪੀਟੀਸ਼ਨ ਹੋਵੇ, ਕਿਉਂਕਿ ਇਹਦੇ 'ਚ ਮੈਂ ਥੋੜਾ ਦੱਸਣਾ ਚਾਹੁੰਦਾ ਕਿ ਇਸ ਵੇਲੇ ਪੂਰੇ ਇੰਡੀਆ ਦੇ ਵਿੱਚ ਸਿਰਫ ਇੱਕੋ ਆਦਮੀ ਹੈ ਜਿਹਨੇ ਆਪਣੀ ਮੋਨੋਪੋਲੀ ਕ੍ਰੀਏਟ ਕੀਤੀ ਹੋਈ ਹੈ, ਮਾਰਟਿਨ। ਉਹਦੀਆਂ ਅਲੱਗ-ਅਲੱਗ ਕੰਪਨੀਆਂ, ਫਿਊਚਰ ਗੇਮਿੰਗ ਹੈ, ਸੈਂਟੀਆਗੋ ਸ਼ਾਇਦ ਉਹਨਾਂ ਦਾ ਪੂਰਾ ਨਾਮ, ਮਾਰਟਿਨ ਸੈਂਟੀਆਗੋ, ਉਹਨੇ ਮੋਨੋਪੋਲੀ ਕ੍ਰੀਏਟ ਕੀਤੀ ਹੋਈ ਹੈ। ਮੈਂ ਕਿਹਾ ਲੋਟਰੀ ਕੋਈ ਰਾਕਟ ਸਾਇੰਸ ਨਹੀਂ ਹੈ ਵੀ ਸਿਰਫ ਮਾਰਟਿਨ ਨੂੰ ਜਾਣਦਾ ਤੇ ਮਾਰਟਿਨ ਹੀ ਚਲਾ ਸਕਦਾ ਹੈ। ਇਹ ਇੱਕ ਸਿੰਪਲ ਟ੍ਰੇਡ ਹੈ, ਇਹਦੇ 'ਚ ਹੋਰ ਪਾਰਟੀਆਂ ਨੂੰ ਵੀ ਆਉਣ ਦਿਓ। ਇਹਦੇ 'ਚ ਸ਼ਰਤਾਂ ਕੀ ਸੀ ਰੰਧਾਵਾ ਸਾਹਿਬ? ਮੈਂ ਉਹਨਾਂ ਨੂੰ ਸਿਰਫ 3 ਕਿਹਾ ਸੀ ਵੀ ਜੁਆਇੰਟ ਵੈਂਚਰ ਤੇ ਕੰਸੋਰਸ਼ੀਅਮ ਕਰ ਦਿਓ। ਮੀਨ ਇੱਕ
ਕੰਪਨੀਆਂ ਦਾ ਗਰੁੱਪ ਬਣ ਕੇ ਟੈਂਡਰ ਭਰ ਸਕੇ। ਜੀ। ਮੰਨ ਲਓ ਮੇਰੇ ਕੋਲ ਲੋਟਰੀ ਦਾ ਐਕਸਪੀਰੀਅੰਸ ਹੈ, ਮੇਰੀ ਟਰਨਓਵਰ ਘੱਟ ਹੈ, ਮੈਂ ਤੁਹਾਡੀ ਕੰਪਨੀ ਨੂੰ ਨਾਲ ਲਾ ਲਿਆ, ਇੱਕ ਗਰੁੱਪ ਬਣਾ ਕੇ ਅਸੀਂ ਟੈਂਡਰ ਭਰ ਸਕੀਏ। ਜੀ। ਦੂਸਰਾ ਇਹਦੇ ਵਿੱਚ ਇੱਕ ਹਾਰਡ ਸ਼ਰਤ ਰੱਖੀ ਸੀ, ਸਰਕਾਰ ਮੰਗ ਰਹੀ ਹੈ ਕਿ ਸਾਨੂੰ ਸਾਲ ਦਾ ਮਿਨੀਮਮ 45 ਕਰੋੜ ਰੁਪਏ ਦਾ ਰੈਵਨਿਊ ਚਾਹੀਦਾ ਹੈ। ਜੀ। 45 ਕਰੋੜ ਦਾ ਰੈਵਨਿਊ ਦੀ ਜਿਹੜਾ ਸਕਸੈਸਫੁਲ ਬਿਡਰ ਹੋਊਗਾ, ਜਿਹਨੂੰ ਟੈਂਡਰ ਜਾਊਗਾ, ਉਹਦੀ 4 ਕੁਆਟਰ ਕਿਸ਼ਤਾਂ 'ਚ ਉਹਨੇ ਐਡਵਾਂਸ ਪੈਸੇ ਜਮ੍ਹਾਂ ਕਰਾਉਣੇ ਆ। ਮਤਲਬ ਕਿ 12 ਕਰੋੜ ਸਰਕਾਰ ਕੋਲ ਉਹਨੇ ਐਡਵਾਂਸ ਜਮ੍ਹਾਂ ਕਰਾਉਣਾ ਹੈ। ਜੀ। ਜਿਸ ਦਿਨ ਲੋਟਰੀ ਨਿਕਲਣੀ ਹੈ, ਫਸਟ ਸੈਕੰਡ ਥਰਡ ਪ੍ਰਾਈਜ਼ ਜਿਹੜੇ ਮੇਜਰ ਪ੍ਰਾਈਜ਼ ਹੈ, ਉਹ 1 ਹਫ਼ਤਾ ਪਹਿਲਾਂ ਸਰਕਾਰ ਕੋਲ ਜਮ੍ਹਾਂ ਕਰਵਾਉਣੇ ਆ। ਸਰਕਾਰ ਨੂੰ ਕੋਈ ਰਿਸਕ ਨਹੀਂ ਰਹਿ ਗਿਆ। ਤਾਂ ਬੈਂਕ ਗਰੰਟੀ, ਤੁਸੀਂ ਹੈਰਾਨ ਹੋਵੋਗੇ, ਲੋਟਰੀ ਵਿਭਾਗ ਨੇ ਬੈਂਕ ਗਰੰਟੀ 30 ਕਰੋੜ ਰੁਪਏ ਦੀ ਬੈਂਕ ਗਰੰਟੀ ਰੱਖੀ। ਮੈਂ ਕਿਹਾ ਆਮ ਕਿੰਨੇ ਹਜ਼ਾਰ ਕਰੋੜ ਦੇ ਟੈਂਡਰ ਹੁੰਦੇ ਆ, ਬੈਂਕ ਗਰੰਟੀ ਨੋਮੀਨਲ ਕਰੋੜ ਦੀ ਜਾਂ 2 ਕਰੋੜ ਦੀ। ਮੈਂ ਕਿਹਾ ਤੁਸੀਂ 2.5, 3, 5% ਰੱਖ ਲਓ, ਤੁਸੀਂ 70-80% ਬੈਂਕ ਗਰੰਟੀ ਰੱਖ ਲਈ। ਹਾਂ, ਛੋਟੀ ਜੀ ਇੱਥੇ ਇਹ ਦੱਸੋ ਕਿ ਜਿਹੜੀਆਂ ਬਾਕੀ ਸਟੇਟਸ ਦੇ ਵਿੱਚ ਬੈਂਕ ਗਰੰਟੀਜ਼ ਕਾਫੀ ਥੋੜੀਆਂ ਨੇ। ਗੋਆ ਪਿੱਛੇ ਜੇ ਟੈਂਡਰ ਹੋਇਆ ਸੀ ਜੀ, ਗੋਆ ਸਿਰਫ 2.5 ਕਰੋੜ ਰੁਪਏ ਬੈਂਕ ਗਰੰਟੀ ਸੀ। ਹਾਲਾਂਕਿ ਉਹਨਾਂ ਨੇ ਜਿਹੜਾ 3 ਸਾਲ ਦਾ ਸੀ ਟੈਂਡਰ, ਉਹ 300 ਕਰੋੜ ਰੁਪਇਆ ਮੰਗਿਆ ਸੀ ਮਾਲੀਆ, ਹਰ ਸਾਲ 100 ਕਰੋੜ ਰੁਪਇਆ। ਜੀ। ਪਰੰਤੂ ਦੇਖੋ ਮੇਰੀ ਮਤਲਬ ਕਿ ਜਿਹੜੀਆਂ ਮੈਂ ਸ਼ਰਤਾਂ ਉਹਨਾਂ ਨੂੰ ਕਹੀਆਂ ਵੀ ਮੇਰੀਆਂ ਕੰਸੀਡਰ ਕਰੋ, ਇਹਦੇ ਨਾਲ ਸਰਕਾਰ ਨੂੰ ਤਾਂ ਕੋਈ ਲਾਸ ਨਹੀਂ ਸੀ। ਜੀ। ਉਲਟਾ ਕੰਪੀਟੀਸ਼ਨ ਹੋਣਾ ਸੀ, ਵੱਧ ਲੋਕ ਹੋਣੇ ਸੀ, ਸਰਕਾਰ ਨੂੰ ਮਾਲੀਆ ਵੱਧ ਹੋਣਾ ਸੀ। ਤੁਸੀਂ ਇੱਕ ਮੈਂ ਹੋਰ ਚੀਜ਼ ਪੁੱਛਣਾ, ਤੁਸੀਂ ਤਾਂ ਬਿਜ਼ਨਸ 'ਚੋਂ, ਤੁਹਾਡੇ ਨਾਲ ਹੋਰ ਬਹੁਤ ਸਾਰੇ ਡਿਸਟ੍ਰੀਬਿਊਟਰਸ ਹੋਣਗੇ, ਉਹ ਵੀ ਇਸ ਗੱਲ ਨਾਲ ਸਹਿਮਤ ਹੋਣਗੇ? ਬਿਲਕੁਲ ਸਹਿਮਤ ਸੀ। ਉਹ ਵੀ ਤਾਂ ਔਖੇ ਹੈ ਰੰਧਾਵਾ ਜੀ, ਕਿਉਂਕਿ ਡਿਸਟ੍ਰੀਬਿਊਟਰ ਨੂੰ ਮੋਨੋਪੋਲੀ ਦੇ ਵਿੱਚ ਕੰਮ ਕਰਨਾ ਕਿਸੇ ਵੀ ਬਿਜ਼ਨਸਮੈਨ ਨੂੰ ਔਖਾ ਹੋ ਜਾਂਦਾ ਹੈ। ਮੋਨੋਪੋਲੀ ਦੇ ਵਿੱਚ ਉਹ ਆਪਣੀਆਂ ਸ਼ਰਤਾਂ ਦੇ ਹਿਸਾਬ ਨਾਲ ਚੱਲਦਾ ਹੈ, ਡਿਸਟ੍ਰੀਬਿਊਟਰ ਨੂੰ ਕਮਿਸ਼ਨ ਘੱਟ ਦਿੰਦਾ ਹੈ, ਥੱਲੇ ਹੋਲਸੇਲ ਜਿਹੜੇ ਏਜੰਟ ਹੈ ਵੇਚਣ ਵਾਲੇ ਆ ਉਹਨਾਂ ਨੂੰ ਘੱਟ ਜਾਂਦਾ ਹੈ। ਤਾਂ ਉਹ ਵੀ ਮੇਰੇ ਨਾਲ 90% ਮੇਰੇ ਨਾਲ ਸਹਿਮਤ ਸੀ, ਉਹ ਉਸ ਦਿਨ ਮੌਜੂਦ ਸੀ ਮੀਟਿੰਗ ਦੇ ਵਿੱਚ। ਉਹਨਾਂ ਨੇ ਵੀ ਹਾਮੀ ਭਰੀ ਵੀ ਵਾਕਈ ਇਹ ਜਿਹੜੀਆਂ ਸ਼ਰਤਾਂ ਜਿਹੜੀਆਂ ਨਰਮ ਹੋ ਜਾਣ ਤਾਂ ਹੋਰ ਵੀ ਜਿਹੜੇ ਬੰਦੇ ਕੰਪੀਟੀਸ਼ਨ ਦੇ ਵਿੱਚ ਆ ਸਕਦੇ ਆ। ਪਰੰਤੂ ਕਿਸੇ ਵੀ ਸ਼ਰਤ ਤੇ ਰੰਧਾਵਾ ਜੀ ਤੁਸੀਂ ਹੈਰਾਨ ਹੋਗੇ, ਉਹਨਾਂ ਨੇ ਕੋਈ ਧਿਆਨ ਨਹੀਂ ਦਿੱਤਾ। ਰੰਧਾਵਾ ਜੀ ਇੱਥੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹ ਲੋਟਰੀ ਦੇ ਵਿੱਚ ਨਿਗਾਰ ਕਦੋਂ ਆਇਆ। ਜੀ। ਜਿਵੇਂ ਮੈਂ ਦੱਸਿਆ 2008-9-10 ਦੇ ਵਿੱਚ ਜਦੋਂ ਸਰਦਾਰ ਮਨਪ੍ਰੀਤ ਸਿੰਘ ਬਾਦਲ ਫਾਈਨਾਂਸ ਮਿਨਿਸਟਰ ਸੀ, ਉਦੋਂ 150-200 ਕਰੋੜ ਰੁਪਇਆ ਪੰਜਾਬ ਸਰਕਾਰ ਲੋਟਰੀ ਤੋਂ ਕਮਾਉਂਦੀ ਸੀ। ਮੈਂ ਮਨਪ੍ਰੀਤ ਸਿੰਘ ਬਾਦਲ ਤੇ ਜ਼ਰੂਰ ਆਉਂਗਾ, ਪਹਿਲਾਂ ਮੈਨੂੰ ਇੱਕ ਚੀਜ਼ ਦੱਸੋ ਕਿ ਜਿਹੜੇ ਤੁਸੀਂ ਸੁਝਾਅ ਦਿੱਤੇ ਸੀ ਉਸ ਮੀਟਿੰਗ ਦੇ ਵਿੱਚ, ਸਰਕਾਰ ਬੈਠੀ ਸੀ ਉੱਥੇ, ਹਰਪਾਲ ਸਿੰਘ ਚੀਮਾ ਸੀ, ਇਸੇ ਤਰ੍ਹਾਂ ਪ੍ਰਿੰਸੀਪਲ ਸੈਕਟਰੀ ਸੀ, ਡਾਇਰੈਕਟਰ ਸੀ, ਇਹਨਾਂ ਨੇ ਸਾਰੇ ਦੇ ਸਾਰੇ ਤੁਹਾਡੇ ਸੁਝਾਅ ਸੀ ਜਿਹੜੇ ਉਹ ਸਿਰੇ ਤੋਂ ਨਕਾਰਤੇ? ਸੁਝਾਅ ਜਸਟ ਮੇਰੀ ਕੀ ਕਹਿੰਦੇ ਐਪਲੀਕੇਸ਼ਨ ਲੈ ਲਈ, ਪਰੰਤੂ ਕੋਈ ਇੰਪਲੀਮੈਂਟ ਨਹੀਂ ਕੀਤਾ। ਫਿਰ ਰੰਧਾਵਾ ਜੀ ਇਹਨਾਂ ਨੇ ਟੈਂਡਰ ਕੱਢਤਾ, ਉਹ ਟੈਂਡਰ ਸਾਰਾ ਉਵੇਂ ਟੇਲਰ ਮੇਡ, ਜਸਟ ਮਾਰਟਿਨ ਨੂੰ ਫਾਇਦਾ ਪਹੁੰਚਾਉਣ ਦੇ ਲਈ। ਫਿਰ ਮੈਨੂੰ ਮਜਬੂਰਨ ਇਹਦੇ ਲਈ ਮੈਂ ਤੁਹਾਨੂੰ ਦੱਸਣਾ, ਮੈਂ CM ਸਾਹਿਬ ਨੂੰ ਚਿੱਠੀ ਲਿਖੀ, ਮੈਂ ਗਵਰਨਰ ਸਾਹਿਬ ਨੂੰ ਲਿਖੀ, ਸਾਰਿਆਂ ਨੂੰ ਲਿਖੀ ਵੀ ਮੇਰੀਆਂ ਆਹ ਸ਼ਰਤਾਂ ਜਿਹੜੀਆਂ ਮੰਨੀਆਂ ਜਾਣ। ਤਾਂ ਤੁਸੀਂ ਹੈਰਾਨ ਹੋਗੇ, ਕਹਿੰਦੇ ਸੀ ਵੀ ਮਿਨੀਮਮ ਗਰੰਟਡ ਰੈਵਨਿਊ 45 ਕਰੋੜ ਚਾਹੀਦਾ ਸਰਕਾਰ ਨੂੰ। ਮੈਂ ਔਨ ਰਾਈਟਿੰਗ ਦਿੱਤਾ ਹੈ ਵੀ 100 ਕਰੋੜ ਰੁਪਏ ਮੈਂ ਦੇਣ ਨੂੰ ਤਿਆਰ ਹਾਂ ਜੇ ਸਰਕਾਰ ਇਹ 3 ਸ਼ਰਤਾਂ ਚੇਂਜ ਕਰ ਲੈਂਦੀ ਹੈ। ਸਰਕਾਰ ਨੂੰ ਇਸ ਚੀਜ਼ ਦਾ ਫਾਇਦਾ ਸੀ, ਪਰੰਤੂ ਮੇਰੀ ਕੋਈ ਉਸ ਐਪਲੀਕੇਸ਼ਨ ਤੇ ਸੁਣਵਾਈ ਨਹੀਂ ਹੋਈ। ਮੈਂ ਫਿਰ ਮਾਨਯੋਗ ਹਾਈ ਕੋਰਟ 'ਚ ਗਿਆ, ਮੈਂ ਉਹਨਾਂ ਨੂੰ ਦੱਸਿਆ ਵੀ ਇਸ ਤਰ੍ਹਾਂ ਕਰਕੇ ਆਹ ਟੈਂਡਰ 'ਚ ਟੇਲਰ ਮੇਡ ਸ਼ਰਤਾਂ ਹੈ। ਤਾਂ ਰੰਧਾਵਾ ਜੀ ਜਦੋਂ ਮੈਂ ਹਾਈ ਕੋਰਟ ਗਿਆ ਤਾਂ ਉਦੋਂ ਉਸ ਟੈਂਡਰ ਦੀ ਜਿਹੜੀ ਹੈ ਟੈਕਨੀਕਲ ਬਿਡ ਹੋ ਚੁੱਕੀ ਸੀ। ਟੈਕਨੀਕਲ ਬਿਡ ਹੋ ਚੁੱਕੀ ਸੀ ਤਾਂ ਤੁਸੀਂ ਦੇਖੋਗੇ ਜਿਹੜੀਆਂ 3 ਕੰਪਨੀਆਂ ਇਹਨਾਂ ਨੇ ਸਿਲੈਕਟ ਕੀਤੀਆਂ ਸੀ, ਉਹ ਤਿੰਨੇ ਕੰਪਨੀਆਂ ਮਾਰਟਿਨ ਦੀਆਂ ਸੀ। ਮਾਰਟਿਨ ਸੈਂਟੀਆਗੋ ਦੀਆਂ ਸੀ। ਉਹ ਤਿੰਨੇ ਕੰਪਨੀਆਂ ਦੇ ਮੈਂ ਵਿਦ ਐਵੀਡੈਂਸ ਕੋਰਟ ਨੂੰ ਦਿੱਤੇ। ਕਿਸੇ 'ਚ ਮਾਰਟਿਨ 90% ਸ਼ੇਅਰ ਹੋਲਡਰ ਸੀ, ਕਿਸੇ 'ਚ 65% ਸੀ, ਕਿਸੇ 'ਚ 30% ਸੀ। ਤਾਂ ਸਰਕਾਰ ਕੋਲ ਕੋਈ ਜਵਾਬ ਨਹੀਂ ਸੀ ਮੋਨੋਪੋਲੀ ਤੇ। ਸਰਕਾਰ ਨੇ ਉਹ ਕਿਹਾ ਵੀ ਅਸੀਂ ਸ਼ਰਤਾਂ ਨੂੰ ਧਿਆਨ 'ਚ ਰੱਖਾਂਗੇ, ਵੀ ਅਸੀਂ ਨਵਾਂ ਟੈਂਡਰ ਲੈ ਕੇ ਆ ਰਹੇ ਹਾਂ। ਸ਼ਾਮ ਨੂੰ ਇਹਨਾਂ ਨੇ ਟੈਂਡਰ, ਅਗਲੀ ਕੋਰਟ ਦੀ ਸੁਣਵਾਈ ਤੋਂ ਪਹਿਲਾਂ ਇਹਨਾਂ ਨੇ ਟੈਂਡਰ ਰੱਦ ਕਰ ਦਿੱਤਾ। ਤਾਂ ਰੰਧਾਵਾ ਜੀ ਤੁਸੀਂ ਦੇਖੋ ਵੀ ਫਿਰ ਇਹਨਾਂ ਨੇ ਨਵਾਂ ਟੈਂਡਰ ਜਦੋਂ ਲੈ ਕੇ ਆਂਦਾ, ਨਵਾਂ ਟੈਂਡਰ ਦੇ ਵਿੱਚ ਹੋਰ ਕਿਸੇ ਸ਼ਰਤ ਨੂੰ ਕੰਸੀਡਰ ਨਹੀਂ ਕੀਤਾ ਮੇਰੀ ਨੂੰ। ਉਹਦੇ ਵਿੱਚ ਇੱਕ ਸ਼ਰਤ ਹੋਰ ਐਡ ਕਰਤੀ ਵੀ ਜਿਹੜਾ ਟੈਂਡਰ ਕੋਈ ਕੰਪਨੀ ਪਾਊਗੀ ਇੱਕ ਤੋਂ ਵੱਧ, ਉਹ ਆਪਸ ਦੇ ਵਿੱਚ ਕੋ-ਲਿੰਕਡ ਨਹੀਂ ਹੋਣੀ ਚਾਹੀਦੀ। ਮਤਲਬ ਕਿ ਮਾਰਟਿਨ ਦੀ ਜਿਹੜੀ ਪਹਿਲਾਂ ਗਲਤੀ ਕੀਤੀ ਹੈ ਉਹਨੂੰ ਸੁਧਾਰਨ ਦੇ ਲਈ ਇੱਕ ਨਵੀਂ ਸ਼ਰਤ ਪਾਤੀ, ਪਰੰਤੂ ਕੋਈ ਸ਼ਰਤ ਹੋਰ ਬਦਲੀ ਨਹੀਂ। ਮੈਂ ਫਿਰ ਕੋਰਟ ਕੋਲ ਗਿਆ, ਦੁਬਾਰਾ ਫਿਰ ਮੈਂ ਅਰਜੀ ਲਾਈ। ਆਪਾਂ ਇਸ ਤੇ ਆਵਾਂਗੇ, ਕੋਰਟ ਤੇ ਵੀ ਆਵਾਂਗੇ। ਇਸ ਤੋਂ ਪਹਿਲਾਂ ਤੁਸੀਂ ਮਨਪ੍ਰੀਤ ਸਿੰਘ ਬਾਦਲ ਬਾਰੇ ਦੱਸ ਰਹੇ ਸੀ, ਜਿਹੜੇ ਕਾਫੀ ਲੰਮਾ ਸਮਾਂ ਇਸ ਸਟੇਟ ਦੇ ਫਾਈਨੈਂਸ ਮਿਨਿਸਟਰ ਰਹੇ ਨੇ, ਲਗਭਗ 9 ਸਾਲ ਰਹੇ ਨੇ। ਤੁਸੀਂ ਦੱਸ ਰਹੇ ਸੀ ਕਿ ਉਹਨਾਂ ਬਾਰੇ ਕਿ ਉਹਨਾਂ ਨੇ ਕੋਈ ਕੋਸ਼ਿਸ਼ ਨਹੀਂ ਕਦੇ ਕੀਤੀ ਕਿ ਇਸ ਲੋਟਰੀ ਸਿਸਟਮ ਦੇ ਵਿੱਚ ਸਰਕਾਰ ਦਾ ਮਾਲੀਆ ਵਧੇ। ਇਹਦੇ ਬਾਰੇ ਕੁਝ ਦੱਸੋ।
ਉਦੋਂ ਰੰਧਾਵਾ ਜੀ ਕੀ ਹੈ, ਜਦੋਂ ਸਰਦਾਰ ਮਨਪ੍ਰੀਤ ਸਿੰਘ ਬਾਦਲ ਸੀ ਉਦੋਂ ਵੀ ਇਹ ਮੁੱਦਾ ਉੱਠਿਆ ਸੀ ਵੀ ਕੇਰਲ ਬਹੁਤ ਛੋਟੀ ਸਟੇਟ ਹੈ। ਕੇਰਲ ਜੇ ਉਦੋਂ 1300-1400 ਕਰੋੜ ਰੁਪਏ ਕਮਾ ਰਹੀ ਹੈ ਤਾਂ ਪੰਜਾਬ ਸਰਕਾਰ 200 ਕਰੋੜ ਰੁਪਏ ਕਿਉਂ ਕਮਾ ਰਹੀ ਹੈ, ਇਹਦੇ ਤੇ ਵਿਚਾਰਿਆ ਜਾਵੇ। ਪਰੰਤੂ ਸਿਰਫ ਮੀਟਿੰਗਾਂ ਤੱਕ ਹੀ ਗੱਲ ਰਹਿ ਗਈ, ਪ੍ਰੈਕਟੀਕਲ ਉਸ ਬਾਰੇ ਕਿਸੇ ਨੇ ਨਹੀਂ ਸੋਚਿਆ। ਤਾਂ ਜਦੋਂ ਮਨਪ੍ਰੀਤ ਸਿੰਘ ਬਾਦਲ ਬਾਦਲ ਸਰਕਾਰ ਦੇ ਵਿੱਚ ਸੀ, ਅਕਾਲੀ ਭਾਜਪਾ ਦਾ ਪਾਰਟ ਸੀ ਜੀ, ਇਹਨਾਂ ਨੇ ਸਭ ਤੋਂ ਵੱਡੀ ਜਿਹੜੀ ਹੈ ਮੈਂ ਕਹਿੰਦਾ ਪੰਜਾਬ ਦੇ ਨਾਲ ਇੱਕ ਬਲੰਡਰ ਕੀਤੀ, ਪੰਜਾਬ ਦੇ ਖਜ਼ਾਨੇ ਨਾਲ ਇੱਕ ਬਲੰਡਰ ਕੀਤੀ। ਪਹਿਲਾਂ ਰੰਧਾਵਾ ਸਾਹਿਬ ਪੰਜਾਬ ਦੇ ਵਿੱਚ ਸਿਰਫ ਪੰਜਾਬ ਸਟੇਟ ਲੋਟਰੀ ਹੀ ਵਿਕਦੀ ਸੀ। ਪੰਜਾਬ ਸਟੇਟ ਲੋਟਰੀ ਦੀ ਇੱਕ ਮੋਨੋਪੋਲੀ ਸੀ। ਇਹਦਾ ਇੱਕ ਕਹਿ ਸਕਦੇ ਹਾਂ ਕਿ ਲੋਕ ਇਹਨੂੰ ਕਹਿੰਦੇ ਸੀ ਵੀ ਨਿਰਪੱਖ ਤੌਰ ਤੇ ਕੱਢੀ ਜਾਂਦੀ ਹੈ, ਵਿਸ਼ਵਾਸ ਸੀ। ਪੰਜਾਬ ਦੇ ਵਿੱਚ ਬਾਹਰਲੀ ਕੋਈ ਲੋਟਰੀ ਨਹੀਂ ਵਿਕਦੀ ਸੀ। ਇਹਨਾਂ ਨੇ ਮੈਨੂੰ ਨਹੀਂ ਪਤਾ ਕਿੰਨਾ ਹਿੱਤਾਂ ਨਾਲ ਸਮਝੌਤਾ ਕਰਕੇ ਇਹਨਾਂ ਨੇ ਅਦਰ ਸਟੇਟ ਲੋਟਰੀ ਨੂੰ ਪੰਜਾਬ ਦੇ ਵਿੱਚ ਵੇਚਣ ਤੇ ਅਲਾਉ ਕਰਤਾ। ਇਹ ਕਦੋਂ ਕੀਤਾ ਗਿਆ, ਕੋਈ ਯਾਦ ਆ? ਮੇਰਾ ਖਿਆਲ 2010 ਦੇ ਵਿੱਚ ਦੀ ਗੱਲ ਹੈ। 2010 ਚ ਇਹਨਾਂ ਨੇ ਅਦਰ ਸਟੇਟ, ਜਦੋਂ ਇਹ ਖੁਦ ਫਾਈਨੈਂਸ ਮਿਨਿਸਟਰ ਸੀ, ਇਹਨਾਂ ਨੇ ਪੰਜਾਬ ਦੇ ਵਿੱਚ ਅਦਰ ਸਟੇਟ ਲੋਟਰੀ ਜੋ ਨਾਗਾਲੈਂਡ ਹੈ, ਸਿੱਕਮ ਹੈ, ਮੇਘਾਲਿਆ ਹੈ, ਉਹ ਲੋਟਰੀ ਨੂੰ ਜਦੋਂ ਵੇਚਣ ਦੀ ਖੁੱਲ੍ਹ ਦੇਤੀ, ਉਸ ਤੋਂ ਬਾਅਦ ਪੰਜਾਬ ਸਟੇਟ ਦੀ ਆਪਦੀ ਲੋਟਰੀ ਦੀ ਮੋਨੋਪੋਲੀ ਘਟਣੀ ਸ਼ੁਰੂ ਹੋ ਗਈ। ਅਦਰ ਸਟੇਟ ਲੋਟਰੀ ਨੂੰ ਉਹਨਾਂ ਨੇ ਜਿਨ੍ਹਾਂ ਏਜੰਟਾਂ ਕੋਲ ਸੀ ਸੋਲ ਸੇਲਿੰਗ ਪੰਜਾਬ ਦੇ, ਉਹਨਾਂ ਨੇ ਇਹਨੂੰ ਅਦਰ ਸਟੇਟ ਨੂੰ ਤਰਜੀਹ ਦੇਣੀ ਸ਼ੁਰੂ ਕਰ ਦਿੱਤੀ। ਉਸ ਤੋਂ ਵੱਡੀ ਤਰਾਸਦੀ ਕੀ ਕਾਰਨ ਹੋ ਸਕਦਾ ਤੁਹਾਡੇ ਹਿਸਾਬ ਨਾਲ ਸੋਢੀ ਜੀ? ਰੰਧਾਵਾ ਜੀ ਹੁਣ ਕੀ ਕਹਿ ਸਕਦੇ ਆ ਜੀ, ਤੁਸੀਂ ਆਪ ਹਿਸਾਬ ਲਾਓ। ਪੰਜਾਬ ਸਰਕਾਰ ਨੂੰ ਜੇ 150-200 ਕਰੋੜ ਰੁਪਇਆ ਮਾਲੀਆ ਆ ਰਿਹਾ ਸੀ, ਤਾਂ ਸਰਦਾਰ ਮਨਪ੍ਰੀਤ ਸਿੰਘ ਦੀ ਟੈਨਿਓਰ, ਅਗਲੀ ਟੈਨਿਓਰ ਜਦੋਂ ਕਾਂਗਰਸ ਚ ਦੁਬਾਰਾ ਬਣੇ, ਤਾਂ ਮਾਲੀਆ 200 ਤੋਂ ਘਟ ਕੇ ਸਿਰਫ 30 ਕਰੋੜ ਰੁਪਇਆ ਰਹਿ ਗਿਆ। ਉਸ ਤੋਂ ਬਾਅਦ ਜਦੋਂ ਅਗਲੀ ਟੈਨਿਓਰ ਚ ਮਨਪ੍ਰੀਤ ਸਿੰਘ ਬਾਦਲ ਹੁਣੀ ਜਦੋਂ ਫਾਈਨਾਂਸ ਮਿਨਿਸਟਰ ਬਣੇ, ਇਹੀ ਮਾਰਟਿਨ ਜਿਹਦਾ ਆਪਾਂ ਨਾਂ ਲੈਨੇ ਫਿਊਚਰ ਗੇਮਿੰਗ ਕੰਪਨੀ ਦਾ, ਇਹਨੇ ਮਨਪ੍ਰੀਤ ਸਿੰਘ ਬਾਦਲ ਨੂੰ ਲਿਆ ਕੇ ਪ੍ਰਪੋਜ਼ਲ ਦਿੱਤੀ ਕਿ ਸਾਰਾ ਲੋਟਰੀ ਦਾ ਉੱਕਾ ਪੁੱਕਾ ਕੰਮ ਮੈਨੂੰ ਦੇ ਦਿਓ, ਪੇਪਰ ਲੋਟਰੀ ਐਂਡ ਆਨਲਾਈਨ ਲੋਟਰੀ, ਸਾਰੇ ਡਰਾ ਮੈਂ ਕੱਢੂੰਗਾ। ਮੈਂ ਗਵਰਨਮੈਂਟ ਨੂੰ ਗਰੰਟਿਡ, ਇਹ ਔਨ ਰਿਕਾਰਡ ਹੈ, ਤੁਸੀਂ ਡਿਪਾਰਟਮੈਂਟ ਦੇ ਵਿੱਚੋਂ ਦੀ ਪ੍ਰਪੋਜ਼ਲ ਕਢਾ ਸਕਦੇ ਹੋ। ਉਹਨੇ ਕਿਹਾ ਮੈਂ 100 ਕਰੋੜ ਰੁਪਇਆ ਤੁਹਾਨੂੰ ਪੰਜਾਬ ਸਰਕਾਰ ਨੂੰ ਦੇਣ ਨੂੰ ਤਿਆਰ ਹਾਂ, ਤੁਸੀਂ ਮੈਨੂੰ ਇਹ ਟੈਂਡਰ ਲੋਟਰੀ ਦਾ ਕੰਮ ਦਿੱਤਾ ਜਾਵੇ। ਤਾਂ ਉਸ ਬੰਦੇ ਨੂੰ, ਜਿਹੜਾ ਬੰਦਾ 100 ਕਰੋੜ ਦੀ ਪ੍ਰਪੋਜ਼ਲ ਤੁਹਾਨੂੰ ਦੇ ਰਿਹਾ ਹੈ, ਉਸ ਬੰਦੇ ਨੂੰ ਇਹਨਾਂ ਨੇ 65 ਕਰੋੜ ਰੁਪਏ 'ਚ ਕੰਮ ਦਿੱਤਾ। ਉਸ ਬੰਦੇ ਨੇ 65 ਕਰੋੜ ਰੁਪਏ 'ਚ ਕੁਝ ਟਾਈਮ ਕੰਮ ਚਲਾਇਆ। ਫਿਰ ਕੋਈ ਨਾ ਕੋਈ ਆਪਸੀ ਗਿਟਮਿਟ ਹੋਈ, ਉਸ ਬੰਦੇ ਨੇ ਕੰਮ ਸਰੈਂਡਰ ਕਰਤਾ। ਇਹ ਕਿਹੜੇ ਸਾਲ ਦੀ ਗੱਲ ਆ? ਇਹ ਰੰਧਾਵਾ ਜੀ ਜਦੋਂ ਅਕਾਲੀ ਭਾਜਪਾ ਤੋਂ ਬਾਅਦ ਅਗਲੀ ਕੈਪਟਨ ਦੀ ਸਰਕਾਰ ਜਿਹੜੀ, ਉਹ ਤਾਂ ਸੰਨ 2017 ਚ ਆਉਂਦੀ ਹੈ। ਜੀ ਤਾਂ ਇਹਨੇ ਉਹੀ 17 ਦੀ ਗੱਲ ਹੈ। ਇਹਨੇ ਉਹੀ ਜਦੋਂ ਉਹਨਾਂ ਨੇ ਸਰੈਂਡਰ ਕਰਤਾ ਵੀ ਸਾਨੂੰ ਤਾਂ ਹੀ ਘਾਟਾ ਪੈ ਰਿਹਾ 65 ਕਰੋੜ ਰੁਪਏ 'ਚ, ਇਹਨਾਂ ਨੇ ਉਹੀ ਕੰਮ, ਜਿਹੜਾ ਬੰਦਾ ਤੁਹਾਨੂੰ 100 ਕਰੋੜ ਦੀ ਪ੍ਰਪੋਜ਼ਲ ਦੇ ਕੇ ਆ ਰਿਹਾ, ਉਹ 65 ਕਰੋੜ ਵਾਲਾ ਕੰਮ ਇਹਨਾਂ ਨੇ 30 ਕਰੋੜ ਰੁਪਏ 'ਚ ਦੇਤਾ। ਸਿਰਫ 30 ਕਰੋੜ ਰੁਪਏ ਦੇ ਵਿੱਚ ਪੰਜਾਬ ਸਟੇਟ ਲੋਟਰੀ ਸਾਰੀ ਸਮਝ ਲਓ, ਮੈਂ ਕਹਿ ਸਕਦਾ ਕਿ ਇੱਕ ਗਿਰਵੀ ਰੱਖਤੀ ਉਹਦੇ ਕੋਲ। ਉਹ ਉਦੋਂ ਦਾ ਕੰਟੀਨਿਊ ਚੱਲਦਾ ਪਿਆ। ਆਪ ਦੀ ਸਰਕਾਰ ਬਣੀ, ਆਪ ਦੀ ਸਰਕਾਰ ਨੇ ਵੀ ਕੋਈ ਧਿਆਨ ਨਹੀਂ ਦਿੱਤਾ। ਮੈਨੂੰ ਇਹ ਵੀ ਯਾਦ ਆ, ਕਿਉਂਕਿ ਮੈਂ ਇੱਥੇ ਤੁਹਾਨੂੰ ਦੱਸਣਾ ਚਾਹੁੰਦਾ, ਤੁਹਾਡੀ ਹੀ ਆਪਣੀ ਰਿਪਰੈਜ਼ੈਂਟੇਸ਼ਨ ਦੇ ਵਿੱਚ ਜਿਹੜੀ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲਿਖੀ ਆ, ਉਹਦੇ ਵਿੱਚ ਤੁਸੀਂ ਕਿਹਾ ਕਿ ਮਨਪ੍ਰੀਤ ਬਾਦਲ ਨੇ ਪੰਜਾਬ ਦੇ ਹਿੱਤਾਂ ਦੇ ਨਾਲ ਲੋਟਰੀ ਦੇ ਮਾਮਲੇ ਦੇ ਵਿੱਚ ਸਮਝੌਤਾ ਕੀਤਾ। ਬਿਲਕੁਲ ਜੀ ਰੰਧਾਵਾ ਜੀ, ਮੈਂ ਨਹੀਂ ਕਹਿ ਰਿਹਾ ਜਾਂ ਮੈਂ ਮਨਪ੍ਰੀਤ ਸਿੰਘ ਬਾਦਲ ਤੇ ਦੋਸ਼ ਨਹੀਂ ਲਾ ਰਿਹਾ, ਇਹ ਇਟਸ ਔਨ ਰਿਕਾਰਡ। ਇਹ ਤੁਸੀਂ ਵਿਭਾਗ ਦੇ ਵਿੱਚੋਂ ਜਾ ਕੇ ਚੈੱਕ ਕਰੋ ਕਿ ਪ੍ਰਪੋਜ਼ਲ ਕਿੰਨੇ ਦੀ ਦਿੱਤੀ ਸੀ ਮਾਰਟਿਨ ਨੇ, ਉਹਨੂੰ ਕੰਮ ਕਿੰਨੇ 'ਚ ਦਿੱਤਾ ਗਿਆ, ਫਿਰ ਉਸ ਨੂੰ ਉਹਨੇ ਸਰੈਂਡਰ ਕੀਤਾ, ਫਿਰ ਉਹੀ 65 ਕਰੋੜ ਵਾਲਾ ਕੰਮ ਉਹਨੂੰ 30 ਕਰੋੜ ਰੁਪਏ ਦੇ ਵਿੱਚ ਕਿਉਂ ਦਿੱਤਾ ਗਿਆ। ਰੰਧਾਵਾ ਜੀ, ਇਸ ਗੱਲ ਦੇ ਵਿੱਚ ਕੀ ਸਿਆਣਪ ਤੁਹਾਨੂੰ ਲੱਗਦੀ ਹੈ ਵੀ ਇੱਕ ਆਦਮੀ, ਇੱਕ ਪੁੱਤ 2008-9 ਦੇ ਵਿੱਚ 200 ਕਰੋੜ ਰੁਪਇਆ ਕਮਾਉਂਦਾ ਪਿਆ, ਇੱਕ ਅਨਪੜ੍ਹ ਬੰਦਾ ਵੀ ਇਸ ਨੂੰ ਸਮਝ ਸਕਦਾ ਹੈ ਇਹਦੇ ਪਿੱਛੇ ਕੀ ਸਮਝੌਤਾ ਹੋਇਆ ਹੋਊਗਾ। ਉਹ 2017 ਦੇ ਵਿੱਚ ਵਧਣ ਦੀ ਬਜਾਏ ਸਿਰਫ 30 ਕਰੋੜ ਰੁਪਏ ਤੇ ਰਹਿ ਗਿਆ। ਤੁਹਾਨੂੰ ਦੱਸਿਆ ਜਿਵੇਂ ਕੇਰਲ ਹੈ, ਕੇਰਲ 1740 ਕਰੋੜ ਰੁਪਇਆ ਕਮਾ ਰਿਹਾ ਇਸ ਵੇਲੇ ਸਾਲਾਨਾ। ਸੁਣੀ ਜੀ ਇੱਕ ਚੀਜ਼ ਮੈਨੂੰ ਦੱਸੋ, ਸੰਨ 2018 ਦੀ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹੁੰਦਾ। ਮਨਪ੍ਰੀਤ ਬਾਦਲ ਨੇ ਸਾਰੀ ਪ੍ਰੈਸ ਨੂੰ ਇਹ ਗੱਲ ਦੱਸੀ, ਕਹਿੰਦੇ ਜੀ ਉਹਨਾਂ ਦਿਨਾਂ ਦੀ ਗੱਲ ਕਰ ਰਹੇ ਹਾਂ ਆਪਾਂ, 8700 ਕਰੋੜ ਕਹਿੰਦੇ ਕੇਰਲ ਨੇ ਕਮਾਇਆ, ਤੇ ਸਾਡੀ ਉਦੋਂ ਸੀਗੀ ਸਾਰੀ ਮਾਲੀਆ 55 ਕਰੋੜ ਦਾ। ਕਹਿੰਦੇ ਜੀ ਮੈਂ ਉਹ ਮਾਡਲ ਅਪਣਾਉਣਾ ਜੀ। ਉਹ ਮਾਡਲ ਤਾਂ ਛੱਡੋ, ਆਪਣਾ ਮਾਡਲ ਵੀ ਨਹੀਂ ਰਿਹਾ। ਉਹੀ ਰੰਧਾਵਾ ਜੀ, ਪ੍ਰੈਕਟੀਕਲ ਕੁਝ ਵੀ ਨਹੀਂ ਹੋਇਆ। ਸਿਰਫ ਕਿਤਾਬਾਂ 'ਚ ਤੇ ਸ਼ੇਰੋ ਸ਼ਾਇਰੀ 'ਚ ਉਹ ਗੱਲਾਂ ਸਿਮਟ ਕੇ ਰਹਿ ਗਈਆਂ। ਪਰੰਤੂ ਮੈਂ ਕਹਿ ਸਕਦਾ ਕਿ ਪੰਜਾਬ ਨਾਲ, ਪੰਜਾਬ ਦੇ
ਵਿੱਤ ਨਾਲ ਮਾਲੀ ਨਾਲ ਬਹੁਤ ਵੱਡਾ ਧੋਖਾ ਕੀਤਾ ਹੈ, ਜਿਹਨੂੰ ਕਿ ਮਤਲਬ ਕਿ ਪੰਜਾਬ ਦੇ ਲੋਕ ਮਾਫ ਨਹੀਂ ਕਰਨਗੇ। ਤੁਸੀਂ ਦੇਖੋ ਕਿੱਥੇ ਇੱਕ ਛੋਟੀ ਸਟੇਟ ਆ ਇਸ ਟਾਈਮ 1740 ਕਰੋੜ ਰੁਪਏ ਕਮਾ ਰਹੀ ਹੈ, ਤਾਂ ਸਾਡੀ ਸਟੇਟ 30 ਕਰੋੜ ਰੁਪਏ ਕਮਾ ਰਹੀ ਹੈ। ਮੈਂ ਇਹ ਨਹੀਂ ਕਹਿ ਰਿਹਾ ਵੀ ਇਹ ਇੱਥੇ ਲੋਟਰੀ ਵਿਕ ਨਹੀਂ ਰਹੀ। ਲੋਟਰੀ ਰੰਧਾਵਾ ਜੀ ਐਵਰੇਜ ਡੇਲੀ ਦੀ ਸੇਲ ਅੱਜ ਵੀ ਮਾਰਕੀਟ 'ਚ 2 ਕਰੋੜ ਰੁਪਏ ਦੀ ਸ਼ਾਮ ਦੀ ਸੇਲ ਹੈ। 2 ਕਰੋੜ ਰੁਪਏ ਦੀ, ਜਿਹੜਾ ਮੈਂ ਦੂਸਰੇ ਸਟੈਪ ਤੇ ਤੁਹਾਨੂੰ ਦੱਸੀ, ਜਿਹੜਾ ਮੈਂ ਕਹਿੰਦਾ 900 ਕਰੋੜ ਰੁਪਏ ਦਾ ਘਾਟਾ, 900 ਕਰੋੜ ਰੁਪਏ ਦਾ ਘਾਟਾ ਪੈ ਰਿਹਾ ਸਰਕਾਰ ਨੂੰ। ਕੇਰਲ ਦੇ ਵਿੱਚ ਕੀ ਹੈ, ਹੁਣ ਉੱਥੇ ਮਾਲੀਆ ਵੱਧ ਇਕੱਠਾ ਕਿਉਂ ਹੋ ਰਿਹਾ? ਲੋਕਾਂ ਦੇ ਵਿੱਚ ਇੱਕ ਤਰ੍ਹਾਂ ਦੀ ਇੱਕ ਸੋਚ ਹੀ ਉਸ ਤਰ੍ਹਾਂ ਬਣ ਗਈ ਵੀ ਜਿਹੜੀ ਅਸੀਂ ਲੋਟਰੀ ਪਾਵਾਂਗੇ ਇਟ ਮੀਨਸ ਇੱਕ ਤਰ੍ਹਾਂ ਦੀ ਡੋਨੇਸ਼ਨ ਅਸੀਂ ਸੂਬੇ ਨੂੰ ਦੇ ਰਹੇ ਹਾਂ। ਅੱਛਾ, ਸਾਡਾ ਪੈਸਾ ਅੱਜ 10 ਰੁਪਏ 20 ਰੁਪਏ ਖਰਚੇ ਪੰਜਾਬ ਮਤਲਬ ਕਿ ਸਾਡੀ ਸਟੇਟ ਦੀ ਐਜੂਕੇਸ਼ਨ ਤੇ, ਸਾਡੀ ਸਟੇਟ ਦੀ ਹੈਲਥ ਤੇ ਖਰਚ ਹੋ ਰਿਹਾ ਹੈ। ਉਹ ਇਸ ਲੋਟਰੀ ਨੂੰ ਜੂਏ ਦੇ ਮੋੜ 'ਚ ਨਹੀਂ ਲੈਂਦੇ। ਠੀਕ ਹੈ ਵੀ ਉਹਨਾਂ ਨੇ ਇੱਕ ਗਵਰਨਮੈਂਟ ਨੇ ਇੱਕ ਲਾਲਚ ਦਿੱਤਾ ਵੀ ਥੋੜੇ ਪੈਸੇ ਦੇ ਕੇ ਆਪਦੀ ਕਿਸਮਤ ਜਮਾਓ, ਉਹਦੇ 'ਚ ਲੋਕਾਂ ਦਾ ਵੀ ਫਾਇਦਾ ਹੈ, ਸਰਕਾਰ ਦਾ ਵੀ ਫਾਇਦਾ ਹੈ। ਪੰਜਾਬ ਦੇ ਵਿੱਚ ਕੀ ਹੈ, ਪੰਜਾਬ ਦੇ ਵਿੱਚ ਮਾਲੀਆ ਉਨਾ ਹੀ ਇਕੱਠਾ ਹੋ ਰਿਹਾ ਹੈ, ਸਰਕਾਰ ਕੋਲ ਸਿਰਫ 30 ਕਰੋੜ ਰੁਪਇਆ ਜਾ ਰਿਹਾ ਹੈ। ਬਾਕੀ ਸਾਰਾ ਪੈਸਾ ਇਲੀਗਲ ਵੇ ਦੇ ਤਰੀਕੇ ਦੇ ਨਾਲ ਸਿਰਫ ਤੇ ਸਿਰਫ ਕੁਝ ਕੰਪਨੀਆਂ ਨੂੰ ਜਾ ਰਿਹਾ, ਜਿਨ੍ਹਾਂ ਚੋਂ ਮਾਰਟਿਨ ਦੀ ਕੰਪਨੀ ਫਿਊਚਰ ਗੇਮਿੰਗ ਇੱਕ ਹੈ ਜੀ। ਇੱਕ ਲੋਟਰੀ ਰੈਗੂਲੇਸ਼ਨ ਐਕਟ ਤੇ ਭਾਰਤ ਦੇ ਕਾਨੂੰਨ ਦੇ ਵਿੱਚ ਗਜ਼ਟ ਤੇ ਜਿਹੜਾ ਸਾਡਾ ਸਨ 2010 ਦਾ ਐਕਟ ਆ ਜੀ, ਉਹਦੇ ਵਿੱਚ ਬਿਲਕੁਲ ਕਲੀਅਰ ਲਿਖਿਆ ਹੈ ਰੰਧਾਵਾ ਜੀ ਵੀ ਕੋਈ ਵੀ ਰਾਜ ਲੋਟਰੀ ਵੇਚ ਸਕਦਾ ਹੈ। ਉਹ ਪੇਪਰ ਲੋਟਰੀ ਵੀ ਵੇਚ ਸਕਦਾ ਹੈ, ਉਹ ਆਨਲਾਈਨ ਲੋਟਰੀ ਵੀ ਵੇਚ ਸਕਦਾ ਹੈ, ਪਰੰਤੂ ਇਹਨਾਂ ਦੋਨਾਂ ਨੂੰ ਕੰਬਾਈਨ ਕਰਕੇ ਨਹੀਂ ਵੇਚਿਆ ਜਾ ਸਕਦਾ। ਮੀਨ ਜਿਹੜੀ ਮੈਂ ਟਿਕਟ ਲੈ ਕੇ ਆਣਾ ਮਾਰਕੀਟ ਚੋਂ ਪੇਪਰ ਲੋਟਰੀ, ਉਹਨੂੰ ਅਸੀਂ ਫੋਟੋ ਖਿੱਚ ਕੇ ਵੈਬਸਾਈਟ ਜਾਂ ਫੇਸਬੁੱਕ ਜਾਂ WhatsApp ਥਰੂ ਨਹੀਂ ਵੇਚ ਸਕਦੇ। ਇਹ ਇੱਕ ਗੈਰ ਕਾਨੂੰਨੀ ਕੰਮ ਹੈ, ਜਿੰਦੇ ਲਈ ਸਜ਼ਾ ਦਾ ਪ੍ਰਾਵਧਾਨ ਵੀ ਕੀਤਾ ਗਿਆ। ਪਰੰਤੂ ਤੁਸੀਂ ਹੈਰਾਨ ਹੋਵੋਗੇ ਕਿ ਪਿਛਲੇ 4-5 ਸਾਲ ਤੋਂ ਉਹ ਨਿਰੰਤਰ ਜਿਹੜੇ ਡਿਸਟ੍ਰੀਬਿਊਟਰ ਹੈ ਪੰਜਾਬ ਦੇ, ਉਹਨਾਂ ਨੇ ਵੈਬਸਾਈਟਸ ਬਣਾਈਆਂ ਹੋਈਆਂ, ਵੈਬਸਾਈਟ ਬਣਾਈਆਂ, WhatsApp ਬਣਾਏ ਹੈ, Facebook ਅਕਾਊਂਟ ਬਣਾਏ ਹੈ, ਉਹਨਾਂ ਦੇ ਵਿੱਚ ਬਿਲਕੁਲ ਆਪਣੇ ਬੈਂਕ ਖਾਤੇ ਦਿੱਤੇ ਹੈ, ਟਿਕਟਾਂ ਦੀਆਂ ਫੋਟੋਆਂ ਪਾਈਆਂ ਹੋਈਆਂ, ਬੈਂਕ ਖਾਤੇ ਦੇ ਕੇ ਦਿੱਤਾ ਵੀ ਕੋਈ ਵੀ ਗਾਹਕ ਹੈ ਜਿਹੜਾ ਗੂਗਲ ਪੇ, ਪੇਪਾਲ ਦੇ ਥਰੂ ਸਾਨੂੰ ਪੈਸੇ ਦਿਓ, ਅਸੀਂ ਤੁਹਾਨੂੰ ਟਿਕਟ ਭੇਜਾਂਗੇ। ਕਾਗਜ਼ਾਂ 'ਚ ਤਾਂ ਕਹਿੰਦੇ ਆ ਟਿਕਟ ਭੇਜਾਂਗੇ, ਪਰੰਤੂ ਉਹਦੀ ਫੋਟੋ ਹੈ ਜਿਹੜੀ ਉਹ ਕਸਟਮਰ ਨੂੰ ਭੇਜ ਦਿੰਦੇ ਆ। ਉਹਦੇ ਪਿੱਛੇ ਸਭ ਤੋਂ ਵੱਡਾ ਕੀ ਰੌਲਾ ਕੀ ਹੈ? ਮੰਨ ਲਓ ਲੋਟਰੀ ਦਾ ਨੰਬਰ ਹੈ। ਇਹ ਦੱਸੋ, ਇਹ ਜਿਹੜਾ ਹੋ ਰਿਹਾ ਇਹਨਾਂ ਦੇ ਖਿਲਾਫ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ? ਕੋਈ ਕਾਰਵਾਈ, ਗੈਰ ਕਾਨੂੰਨੀ ਕੰਮ ਹੋ ਰਿਹਾ, ਬਿਲਕੁਲ ਗੈਰ ਕਾਨੂੰਨੀ, ਕੋਈ ਕਾਰਵਾਈ ਨਹੀਂ। ਪਰ ਹੁਣ ਤਾਂ ਭਗਵੰਤ ਮਾਨ ਦੀ ਸਰਕਾਰ ਆ ਗਈ, ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ, ਇਸ ਸਰਕਾਰ ਨੂੰ ਬਣੇ ਹੋਏ 17 ਮਹੀਨੇ ਹੋ ਚੁੱਕੇ ਆ। ਤੁਸੀਂ ਚਿੱਠੀਆਂ ਲਿਖ ਰਹੇ ਹੋ, ਇਹ ਤੁਹਾਡੀਆਂ ਚਿੱਠੀਆਂ ਦਾ ਰਿਸਪੌਂਡ ਕਿਉਂ ਨਹੀਂ ਕਰ ਰਹੇ? ਰਿਸਪੌਂਡ ਅੱਜ ਤੱਕ ਨਾ ਹਰਪਾਲ ਸਿੰਘ ਚੀਮਾ ਨੇ ਕੀਤਾ, ਨਾ ਭਗਵੰਤ ਮਾਨ ਨੇ ਕੀਤਾ, ਨਾ ਉਹਨਾਂ ਦੇ ਅਫਸਰਾਂ ਨੇ ਕੀਤਾ। ਰੰਧਾਵਾ ਜੀ ਇਸ 900 ਕਰੋੜ ਦੇ ਘਪਲੇ ਤੇ ਮੈਂ 4 ਮਹੀਨੇ ਪਹਿਲਾਂ ਆਨਰੇਬਲ ਗਵਰਨਰ ਪੰਜਾਬ ਨੂੰ ਚਿੱਠੀ ਲਿਖੀ। ਅੱਛਾ, ਬਨਵਾਰੀ ਲਾਲ ਪੁਰੋਹਿਤ ਜੀ ਨੂੰ ਲਿਖੀ, ਭਗਵੰਤ ਮਾਨ ਜੀ ਨੂੰ ਲਿਖੀ, PSF ਸਾਹਿਬ ਨੂੰ ਲਿਖੀ, ਮੈਂ ਡਾਇਰੈਕਟਰ ਸਾਹਿਬ ਨੂੰ ਲਿਖੀ, ਕਿਸੇ ਚਿੱਠੀ ਦਾ ਕੋਈ ਰਿਸਪੌਂਸ ਨਹੀਂ ਆਇਆ। ਜਦੋਂ ਮੈਂ ਤੁਹਾਨੂੰ ਦੱਸਿਆ 25 ਮਾਰਚ ਦੀ ਜਿਹੜੀ 26 ਮਾਰਚ ਇਹ ਕੀ ਕਾਰਨ ਹੋ ਸਕਦਾ? ਕਿਉਂਕਿ ਇਹ ਸਰਕਾਰ ਕਹਿੰਦੀ ਸੀ ਜੋ ਪੁਰਾਣੇ ਘਪਲੇ ਹੋਏ ਆ ਜਾਂ ਕਰਪਸ਼ਨ ਹੋਈ ਆ, ਭ੍ਰਿਸ਼ਟਾਚਾਰ ਹੋਇਆ, ਅਸੀਂ ਨਹੀਂ ਹੋਣ ਦੇਵਾਂਗੇ ਜੀ। ਪਰ ਇਸ ਸਰਕਾਰ ਦੀ ਸਮਝ ਨਹੀਂ ਆਈ ਕਿ ਇਹਨਾਂ ਦਾ ਇਸ ਵੱਲ ਧਿਆਨ ਨਹੀਂ ਆ, ਜਾਂ ਇਹਨਾਂ ਨੂੰ ਸਮਝ ਨਹੀਂ ਆ, ਜਾਂ ਫਿਰ ਜਿਹੜੇ ਉਹ ਵਿਚੋਲੀਏ ਨੇ, ਜਾਂ ਜਿਹੜੇ ਮਿਡਲਮੈਨ ਨੇ, ਜਾਂ ਜਿਹੜੀ ਕੰਪਨੀਆਂ ਦੀ ਤੁਸੀਂ ਗੱਲ ਕਰ ਰਹੇ ਹੋ, ਉਹ ਇਹਨਾਂ ਨੂੰ ਕੰਮ ਨਹੀਂ ਕਰਨ ਦਿੰਦੇ। ਕੰਮ ਰੰਧਾਵਾ ਸਾਹਿਬ ਹੁਣ ਜਿਹੜੇ ਡਿਪਾਰਟਮੈਂਟ ਦੇ ਵਿੱਚ ਬੈਠੇ ਆ, ਉਹ ਇਸ ਗੱਲ ਤੋਂ ਭਲੀ ਭਾਂਤ ਜਾਣਦੇ ਆ ਵੀ ਲੋਟਰੀ ਵਿਕ ਰਹੀ ਹੈ ਜੀ। ਜੇ ਮੰਨ ਲਓ ਇੱਕ ਸੁਪਰਡੈਂਟ ਲੈਵਲ ਦਾ ਬੰਦਾ ਇਸ ਚੀਜ਼ ਨੂੰ, ਸਾਰੀ ਥਿਊਰੀ ਨੂੰ ਸਮਝਦਾ ਪਿਆ ਵੀ ਆਹ ਮਾਰਕੀਟ ਦੇ ਵਿੱਚ ਚੱਲ ਰਿਹਾ ਹੈ, ਇਟ ਮੀਨ ਡਾਇਰੈਕਟਰ ਦੇ ਧਿਆਨ ਦੇ ਵਿੱਚ ਵੀ ਹੈ ਜਾਂ ਉੱਪਰਲੇ ਅਫਸਰਾਂ ਦੇ ਧਿਆਨ ਦੇ ਵਿੱਚ ਹੀ ਹੈ। ਮੈਂ ਤੁਹਾਨੂੰ ਦੱਸਾਂ, ਮੈਂ ਐਵੀਡੈਂਸ ਦਿੱਤਾ, ਆਹ ਦੇਖੋ, ਇਹ ਇੱਕ ਫੇਸਬੁੱਕ ਅਕਾਊਂਟ ਹੈ। ਫੇਸਬੁੱਕ ਅਕਾਊਂਟ ਤੇ ਇਹ ਲੋਟਰੀ ਵਾਲੇ ਨੇ ਆਪਦਾ ਬੈਂਕ ਅਕਾਊਂਟ ਦਿੱਤਾ ਹੈ, ਨਾਲ ਲੋਟਰੀ ਦੀ ਟਿਕਟ ਦਿੱਤੀ ਹੈ, ਲੋਟਰੀ ਦੀ ਟਿਕਟ ਛਪਾ ਕੇ ਇਸ ਤਰ੍ਹਾਂ 30-35 ਵੈਬਸਾਈਟਸ ਐਂਡ ਫੇਸਬੁੱਕ ਅਕਾਊਂਟਸ ਮੈਂ ਜਿਹੜੇ ਇਹਨਾਂ ਨੂੰ ਦਿੱਤੇ ਵੀ ਆਹ ਸ਼ਰੇਆਮ ਤੁਹਾਡੀ ਲੋਟਰੀ ਵੇਚ ਰਹੇ ਹੈ। ਰੰਧਾਵਾ ਸਾਹਿਬ, ਇਹ ਹੁਣ ਆਮ ਲੋਕ ਕਹਿਣਗੇ ਵੀ ਆਨਲਾਈਨ ਲੋਟਰੀ ਜੇ ਵੇਚ ਰਹੇ ਇਹਦੇ 'ਚ ਕੀ ਹਰਜ ਹੈ ਜੀ। ਮੰਨ ਲਓ ਮੈਨੂੰ ਟਿਕਟ ਦਿੱਤੀ 524 ਨੰਬਰ ਜੀ। ਰੰਧਾਵਾ ਸਾਹਿਬ ਇਹ ਕੀ ਕਰਦੇ ਆ, 524 ਨੰਬਰ ਦੀ ਟਿਕਟ ਦੀ ਫੋਟੋ ਖਿੱਚ ਕੇ ਪਤਾ ਨਹੀਂ ਕਿੰਨੇ ਗਾਹਕਾਂ ਨੂੰ 524 ਨੰਬਰ ਹੀ ਵੇਚ ਦਿੰਦੇ ਆ। ਹੁਣ ਜਿਸ ਦਿਨ ਡਰਾ ਨਿਕਲਣਾ ਹੈ ਉਸ ਦਿਨ ਉਹ 524 ਨੰਬਰ ਹੈ ਜਿਹੜੀ ਟਿਕਟ ਹੈ ਉਹ ਅਣਵਿਕੀਆਂ 'ਚ ਰੱਖ ਦਿੰਦੇ ਆ, ਅਨਸੋਲਡ 'ਚ। ਅੱਛਾ, ਉਹਦਾ ਪ੍ਰਾਈਸ ਹੀ ਨਹੀਂ ਪੈਂਦਾ। ਮਤਲਬ ਕਿ ਇਹ ਦੱਸਣ ਦੀ ਕੋਸ਼ਿਸ਼ ਕਰਦੇ ਆ ਜਾਂ ਆਪਣੇ ਆਪ ਹੀ ਇਹਨਾਂ ਦਾ ਅਰੇਂਜਮੈਂਟ ਹੁੰਦਾ ਕਿ ਉਹ ਤਾਂ ਵਿਕਿਆ ਨਹੀਂ। ਕਿਉਂਕਿ ਜਦੋਂ ਡਰਾ ਕੱਢਣਾ ਹੁੰਦਾ ਹੈ, ਡਿਪਾਰਟਮੈਂਟ ਨੂੰ ਅਸੀਂ ਇੱਕ ਦਿਨ ਪਹਿਲਾਂ ਦੱਸਣਾ ਹੁੰਦਾ ਹੈ ਵੀ ਅਸੀਂ ਜੀ ਤੁਹਾਡੇ ਤੇ 1 ਲੱਖ ਟਿਕਟ
ਚੱਕੀ ਸੀ, ਇਹ 10,000 ਟਿਕਟ ਨਹੀਂ ਵਿਕੀ। ਫਿਰ ਕੀ ਉਹ 10,000 ਟਿਕਟਾਂ ਦੇ ਨੰਬਰ ਡਰਾ ਦੇ ਵਿੱਚ ਨਹੀਂ ਪਾਏ ਜਾਂਦੇ ਜੀ। ਇੱਕ ਇਹ ਬਹੁਤ ਵੱਡਾ ਧੋਖਾ ਹੈ ਜਿਹੜਾ। ਉਸ ਤੋਂ ਬਾਅਦ ਕੀ ਹੈ, ਜਿਹੜੀਆਂ ਇਹ ਕੀ ਕਰਦੇ ਆ, ਮੋਸਟਲੀ ਫਸਟ ਸੈਕੰਡ ਥਰਡ ਪ੍ਰਾਈਜ਼ ਹੀ ਇਨਾਮ ਦੇ ਨਿਕਲਦੇ ਆ। ਦੂਜੇ ਜਿਹੜੇ ਇਨਾਮ ਹੈ ਬਹੁਤ ਛੋਟੇ ਇਨਾਮ ਹੈ ਜਿਹੜੇ, ਖਾਸ ਕਰਕੇ ਨਾਗਾਲੈਂਡ ਸਟੇਟ ਲੋਟਰੀ ਜਿਹੜੀ ਚੱਲ ਰਹੀ ਹੈ, ਇਹਦੇ 'ਚ ਐਡਾ ਤਕੜਾ ਘਪਲਾ ਹੈ, ਇਹਦੇ 'ਚ ਛੋਟੇ ਇਨਾਮ ਨਿਕਲਦੇ ਹੀ ਨਹੀਂ। ਉਹ ਨਿਕਲਦੇ ਆ ਤਾਂ ਉਹ ਆਪਦੀਆਂ ਨੂੰ ਨਿਕਲੇ ਹੁੰਦੇ ਆ। ਤੁਸੀਂ ਨਾਗਾਲੈਂਡ ਦੀ ਗੱਲ ਕੀਤੀ ਹੈ ਸੋਢੀ ਜੀ, ਮੈਂ ਜ਼ਰੂਰ ਪੁੱਛਣਾ ਚਾਹੂੰਗਾ ਕਿਉਂਕਿ ਤੁਹਾਨੂੰ ਯਾਦ ਹੋਣਾ, ਔਰ ਖੈਰ ਤੁਸੀਂ ਤਾਂ ਇਸ ਚੀਜ਼ ਨੂੰ ਬਿਹਤਰ ਸਮਝਦੇ ਹੋ ਕਿ ਹਮੇਸ਼ਾ ਹੀ ਪੰਜਾਬ ਸਰਕਾਰ ਦੀ ਰੱਖੜੀ ਵੇਲੇ ਵੀ, ਹੁਣ ਤੁਹਾਨੂੰ ਪਤਾ ਹੀ ਹੈ ਰੱਖੜੀ ਆ ਰਹੀ ਆ, ਔਰ ਇਸੇ ਤਰ੍ਹਾਂ ਮੌਨਸੂਨ ਸੈਸ਼ਨ ਆ ਸਾਡਾ, ਜਾਂ ਜਿਹਨੂੰ ਅਸੀਂ ਸਾਵਨ ਕਹਿੰਦੇ ਆ, ਸੌਣ ਦਾ ਮਹੀਨਾ ਕਹਿੰਦੇ ਆ, ਇਸ ਦੌਰਾਨ ਵੀ ਜਿਹੜੇ ਸਾਡੇ ਲੋਟਰੀ ਦੇ ਡਰਾਅ ਆਉਂਦੇ ਹੁੰਦੇ ਸੀ, ਟਿਕਟਾਂ ਆਉਂਦੀਆਂ ਸੀ, ਉਹਨਾਂ ਦੇ ਕੀ ਬਣਿਆ? ਉਹ ਕੀ ਕਾਰਨ ਹੈ ਜੀ? ਰੰਧਾਵਾ ਸਾਹਿਬ, ਔਰ ਕੇਵਲ ਨਾਗਾਲੈਂਡ ਆ ਰਹੀ ਹੈ? ਰੰਧਾਵਾ ਸਾਹਿਬ, ਮੈਂ ਪਿਛਲੇ ਹਫਤੇ ਹੀ ਇੱਕ ਮੇਲ ਪਾਈ ਹੈ ਇਸ ਤਰ੍ਹਾਂ ਸਾਰੇ CMPSF ਡਾਇਰੈਕਟਰ ਲੋਟਰੀ ਨੂੰ, ਕਿਉਂਕਿ ਜਿਹੜਾ ਸੋਲ ਸੇਲਿੰਗ ਏਜੰਟ ਹੈ ਪੰਜਾਬ ਦਾ, ਉਹਨੂੰ ਪੰਜਾਬ ਦੀ ਲੋਟਰੀ ਵੇਚਣੀ ਇੱਕ ਜ਼ਰੂਰੀ ਹੈ ਜੇ ਉਹਨੇ ਪੰਜਾਬ ਦਾ ਸਾਡਾ ਹੋਲਸੇਲ ਦਾ ਕੰਮ ਲਿਆ ਹੋਇਆ ਜੀ। ਤੁਸੀਂ ਹੈਰਾਨ ਹੋਵੋਗੇ ਕਿ ਪਿਛਲੇ 5-6 ਮਹੀਨਿਆਂ ਤੋਂ ਪੰਜਾਬ ਸਟੇਟ ਦੀ ਕੋਈ ਵੀ ਲੋਟਰੀ ਨਹੀਂ ਮਾਰਕੀਟ 'ਚ ਆ ਰਹੀ। ਨਾ ਤਾਂ ਵਿਸਾਖੀ ਬੰਪਰ ਆਈ ਹੈ, ਨਾ ਹੀ ਸਾਵਨ ਬੰਪਰ ਆਈ ਹੈ। ਰਾਖੀ ਬੰਪਰ ਆਮ ਤੌਰ ਤੇ ਬਹੁਤ ਪ੍ਰਚਲਿਤ ਹੁੰਦੀ ਸੀ, ਜਿਹੜੇ 5 ਕਰੋੜ ਦਾ ਪਹਿਲਾ ਇਨਾਮ 250 ਰੁਪਏ ਦੀ ਟਿਕਟ, ਨਾ ਹੀ ਉਹ ਆਈ ਹੈ। ਜੇ ਕਿਸੇ ਸੋਲ ਸੇਲਿੰਗ ਏਜੰਟ ਉਸ ਹੋਮ ਸਟੇਟ ਦੀ ਲੋਟਰੀ ਨਹੀਂ ਵੇਚ ਰਿਹਾ ਤਾਂ ਅਦਰ ਸਟੇਟ ਲੋਟਰੀ ਨੂੰ ਉਹ ਪ੍ਰਮੋਟ ਕਰ ਰਿਹਾ ਹੈ, ਤਾਂ ਉਹ ਆਫੈਂਸ ਹੈ, ਉਹ ਨਹੀਂ ਕਰ ਸਕਦਾ। ਨਾਗਾਲੈਂਡ ਦੀ ਆਈ ਹੋਈ ਹੈ, ਨਾਗਾਲੈਂਡ ਦੀ ਆਈ ਹੋਈ ਹੈ ਰੱਖੜੀ, ਨਾਗਾਲੈਂਡ ਦੀ ਵਿਕ ਰਹੀ ਹੈ ਮਾਰਕੀਟ ਦੇ ਵਿੱਚ। ਨਾਗਾਲੈਂਡ ਦੀਆਂ ਤਾਂ ਹਰ 15 ਦਿਨਾਂ ਬਾਅਦ ਇੱਕ ਬੰਪਰ ਲੋਟਰੀ ਵਿਕ ਰਹੀ ਹੈ, ਪਰ ਸਾਡੀ 5-6 ਮਹੀਨੇ ਤੋਂ ਪੰਜਾਬ ਸਟੇਟ ਲੋਟਰੀ ਹੈ ਜਿਹੜੀ ਉਹ ਮਾਰਕੀਟ ਦੇ ਵਿੱਚੋਂ ਗਾਇਬ ਹੈ। ਮੇਰੀ ਇਸ ਮਤਲਬ ਕਿ ਰਿਕੁਐਸਟ ਤੇ ਵੀ ਪੰਜਾਬ ਸਰਕਾਰ ਨੇ ਕਿਸੇ ਤਰ੍ਹਾਂ ਦਾ ਕੋਈ ਜਵਾਬ ਨਹੀਂ ਮੈਨੂੰ ਦਿੱਤਾ। ਮਤਲਬ ਕਿ ਤੁਸੀਂ ਦੇਖੋ ਵੀ ਪੰਜਾਬ ਸਟੇਟ ਲੋਟਰੀ ਦੀ ਜਿੰਦੀ ਕ੍ਰੈਡੀਬਿਲਿਟੀ ਹੁੰਦੀ ਸੀ, ਉਹਨੇ ਆਪਦੀ ਕ੍ਰੈਡੀਬਿਲਿਟੀ ਰਾਜ ਸਰਕਾਰ ਘਟਾ ਕੇ ਅਦਰ ਸਟੇਟ ਨੂੰ ਪੰਜਾਬ ਦੇ ਵਿੱਚ ਪ੍ਰਮੋਟ ਕਰ ਰਹੀ ਹੈ, ਜਿੰਦੇ ਤੋਂ ਕਿ ਉਹਨੂੰ ਘੱਟ ਮਾਲੀਆ ਆ ਰਿਹਾ, ਸਰਕਾਰ ਨੂੰ ਘੱਟ ਮਾਲੀਆ ਆ ਰਿਹਾ, ਪਰੰਤੂ ਜਿਹੜੇ ਜਿਨ੍ਹਾਂ ਕੋਲ ਇਹਨਾਂ ਦਾ ਕੰਮ ਹੈ ਉਹ ਵੱਧ ਮਾਲੀਆ ਵਸੂਲ ਕਰਕੇ ਲੈ ਕੇ ਜਾ ਰਿਹਾ। ਇੱਕ ਬੜਾ ਵੱਡਾ ਮਤਲਬ ਕਿ ਪੰਜਾਬ ਸਰਕਾਰ ਨੂੰ, ਪੰਜਾਬ ਦੇ ਮਾਲੀਏ ਨੂੰ ਇੱਕ ਬੜਾ ਵੱਡਾ ਘਾਟਾ ਜੀ। ਮੈਨੂੰ ਤੁਹਾਡੀ ਜੀ ਇੱਕ ਚੀਜ਼ ਜ਼ਰੂਰ ਦੱਸੋ, ਸਾਡੇ ਬਹੁਤ ਸਾਰੇ ਜਿਹੜੇ ਦਰਸ਼ਕ ਸਾਨੂੰ ਦੇਖ ਰਹੇ ਨੇ ਜੀ, ਉਹਨਾਂ ਦੇ ਵਿੱਚੋਂ ਹੋ ਸਕਦਾ ਬਹੁਤ ਸਾਰੇ ਇਸ ਤਰ੍ਹਾਂ ਦੇ ਹੋਣ ਜਿਨ੍ਹਾਂ ਦਾ ਲੋਟਰੀ ਦੇ ਵਿੱਚ ਇੰਟਰਸਟ ਹੋਵੇ, ਉਹ ਟਿਕਟਾਂ ਖਰੀਦਦੇ ਹੋਣ, ਉਹਨਾਂ ਦੀਆਂ ਉਮੀਦਾਂ ਹੋਣ ਕਿ ਉਹ ਵੀ ਕਿਸੇ ਦਿਨ ਕਰੋੜਪਤੀ ਬਣਨ। ਕੀ ਲੋਟਰੀ ਟਿਕਟ ਖਰੀਦਣੀ ਸੇਫ ਆ, ਸੁਰੱਖਿਅਤ ਆ? ਕੀ ਉਹਨਾਂ ਨੂੰ ਯਕੀਨੀ ਹੁੰਦਾ, ਜਾਂ ਇਸ ਵਿੱਚ ਵੀ ਸਾਰਾ ਘਪਲਾ ਉਹਨਾਂ ਨੂੰ ਇਸ ਤੋਂ ਦੂਰ ਰਹਿਣਾ ਚਾਹੀਦਾ? ਇਹ ਜ਼ਰੂਰ ਦੱਸੋ। ਮੈਂ ਰੰਧਾਵਾ ਸਾਹਿਬ ਇਹ ਦੱਸਣਾ ਚਾਹੂੰਗਾ ਕਿ ਜਿਹੜੀ ਪੰਜਾਬ ਸਰਕਾਰ ਦੀ ਅੱਜ ਦਾ ਮੈਨੂੰ ਕ੍ਰੈਡੀਬਿਲਿਟੀ ਦਾ ਨਹੀਂ ਪਤਾ ਵੀ ਇਹ ਕਿਵੇਂ ਚਲਾ ਰਹੀ ਹੈ। ਜਿਹੜੀ ਪੰਜਾਬ ਸਟੇਟ ਦੀ ਆਪ ਦੀ ਲੋਟਰੀ ਚੱਲਦੀ ਸੀ ਜਦੋਂ, ਉਹ 100% ਮਤਲਬ ਕਿ ਪਾਰਦਰਸ਼ ਸੀ। ਬਿਲਕੁਲ ਲੁਧਿਆਣਾ ਦੇ ਵਿੱਚ ਉਹਦਾ ਡਰਾ ਕੱਢਿਆ ਜਾਂਦਾ ਸੀ, ਇੱਕ PCS ਆਫੀਸਰ ਲੈਵਲ ਦਾ ਆਦਮੀ ਉਹ ਲਾਈਵ ਡਰਾ ਕੱਢਦਾ ਸੀ। ਅੱਜ ਤੁਸੀਂ ਦੇਖੋ ਵੀ ਨਾਗਾਲੈਂਡ ਸਟੇਟ ਲੋਟਰੀ ਇੱਥੇ ਜ਼ਿਆਦਾ ਪ੍ਰਚਲਿਤ ਹੈ ਜੀ। ਨਾਗਾਲੈਂਡ ਸਟੇਟ ਲੋਟਰੀ ਦਾ ਰੰਧਾਵਾ ਸਾਹਿਬ ਨਾਂ ਰੱਖਿਆ ਇਹਨਾਂ ਨੇ ਡੀਅਰ ਲੋਟਰੀ। ਅੱਛਾ, ਜਿੰਨੀ ਵੀ ਆ ਰਹੀ ਹੈ ਇਹ ਡੀਅਰ ਲੋਟਰੀ ਆ ਰਹੀ ਹੈ। ਤੁਸੀਂ ਹੈਰਾਨ ਹੋਵੋਗੇ ਕਿ ਮਾਰਟਿਨ ਨੇ ਇੰਨਾ ਇਨਫਲੂਐਂਸ ਪੰਜਾਬ ਸਰਕਾਰ ਦੇ ਵਿਭਾਗ ਤੇ ਬਣਾ ਲਿਆ, ਜਿਹੜੀ ਪੰਜਾਬ ਸਰਕਾਰ ਦੀ ਪਿੱਛੇ ਲੋਟਰੀਆਂ ਵੀ ਆਈਆਂ ਨਾ, ਉਹਨਾਂ ਦੇ ਅੱਗੇ ਵੀ ਡੀਅਰ ਲਵਾ ਲਿਆ। ਅੱਛਾ, ਪੰਜਾਬ ਸਟੇਟ ਡੀਅਰ ਦੀਵਾਲੀ ਬੰਪਰ, ਪੰਜਾਬ ਸਟੇਟ ਡੀਅਰ ਰਾਖੀ ਬੰਪਰ, ਤਾਂ ਕਿ ਲੋਕਾਂ ਦੇ ਵਿੱਚ ਆਮ, ਤੁਸੀਂ ਦੇਖੋ ਲੋਟਰੀ ਟਿਕਟ ਚੱਕੋਗੇ ਨਾ, ਉੱਪਰ ਛੋਟਾ ਜਿਹਾ ਲਿਖਿਆ ਨਾਗਾਲੈਂਡ ਸਟੇਟ ਲੋਟਰੀ, ਇੱਥੇ ਛੋਟਾ ਜਿਹਾ ਹੀ ਲਿਖਿਆ ਹੋਊਗਾ ਪੰਜਾਬ ਸਟੇਟ ਲੋਟਰੀ, ਡੀਅਰ ਹੋਲੀ ਬੰਪਰ ਇਹ ਵੱਡਾ ਲਿਖਿਆ ਹੋਊਗਾ, ਤਾਂ ਕਿ ਲੇਮੈਨ ਜਿਹੜਾ ਆ ਕੇ ਆਵੇ ਉਹਨੂੰ ਸਮਝ ਹੀ ਨਾ ਆਵੇ ਵੀ ਪੰਜਾਬ ਸਰਕਾਰ ਦੀ ਹੈ ਕਿ ਨਾਗਾਲੈਂਡ ਦੀ ਲੋਟਰੀ। ਨਾਗਾਲੈਂਡ ਦੀ ਹੁਣ ਤੁਸੀਂ ਇਹਦੇ ਚ ਕਹੋਗੇ ਵੀ ਨਾਗਾਲੈਂਡ ਲੋਟਰੀ ਵਿਕਦੀ ਹੈ, ਫਿਰ ਇਹਦੇ ਚ ਕੀ ਹਰਜ ਹੈ? ਜਦੋਂ ਰੰਧਾਵਾ ਸਾਹਿਬ ਲੋਟਰੀ ਦੀ ਇੱਕ ਸਕੀਮ ਬਣਦੀ ਹੈ ਵੀ 10 ਲੱਖ ਟਿਕਟਾਂ ਛਪਣਗੀਆਂ, 10 ਲੱਖ ਟਿਕਟਾਂ ਚੋਂ ਜਿੰਨਾ ਪੈਸਾ ਮਾਲੀਆ ਆਊਗਾ ਉਹਦੇ ਚੋਂ 70% ਪ੍ਰਾਈਜ਼ ਦੇਣੇ ਲੋਕਾਂ ਨੂੰ ਲਾਜ਼ਮੀ ਹੈ ਜੀ, ਬਾਕੀ ਜਿਹੜਾ 30% ਆ ਉਹ ਸਰਕਾਰੀ ਟੈਕਸ ਜਾਂ ਹੋਰ ਕੱਟਿਆ ਜਾਂਦਾ। ਅੱਛਾ, 70% ਪੇ ਆਊਟ ਦੇਣਾ ਜ਼ਰੂਰੀ ਹੈ ਅਕੋਰਡਿੰਗ ਟੂ ਲੋਟਰੀ ਰੈਗੂਲੇਸ਼ਨ ਐਕਟ ਜੀ। ਤੁਸੀਂ ਮੰਨੋਗੇ ਨਾਗਾਲੈਂਡ ਸਟੇਟ ਲੋਟਰੀ ਦਾ 20% ਪੇ ਆਊਟ ਵੀ ਨਹੀਂ ਹੋਣਾਗਾ। ਅੱਛਾ, ਸਿਰਫ ਜੇ ਉਹ 10 ਲੱਖ ਟਿਕਟਾਂ ਵੇਚ ਰਿਹਾ ਤਾਂ ਮੰਨ ਲਓ 10 ਲੱਖ ਰੁਪਏ ਆ ਰਿਹਾ, ਉਹਦੇ ਚੋਂ 20 ਲੱਖ ਰੁਪਇਆ ਵੀ ਮਾਰਕੀਟ 'ਚ ਲੋਕਾਂ ਨੂੰ ਪ੍ਰਾਈਜ਼ ਨਹੀਂ ਦਿੱਤੇ ਜਾ ਰਹੇ। ਮਤਲਬ ਕਿ ਐਡਾ ਵੱਡਾ ਘਪਲਾ ਹੈ। ਇਸ ਕਰਕੇ ਇਹ ਜਿਹੜਾ ਮਾਰਟਿਨ ਦੀ ਕੋਸ਼ਿਸ਼ ਹੈ ਸਾਰੇ ਹਿੰਦੁਸਤਾਨ ਦੇ ਵਿੱਚ ਨਾਗਾਲੈਂਡ ਦੀ ਲੋਟਰੀ ਵਿਕੇ ਔਰ ਉਹਨਾਂ ਦੀ ਮੋਨੋਪੋਲੀ ਹੋਵੇ, ਤੁਸੀਂ ਦੇਖੋ ਕਈ ਸਟੇਟਾਂ ਇਸ ਤਰ੍ਹਾਂ ਦੀਆਂ
ਜਿਵੇਂ ਪੰਜਾਬ ਹੀ ਲਾ ਲਓ, ਹੁਣ ਪੰਜਾਬ ਵੀ ਉਹਨਾਂ ਦੇ ਵਿੱਚੋਂ ਹੈ। ਕਈ ਸਟੇਟਾਂ ਇਸ ਤਰ੍ਹਾਂ ਦੀਆਂ ਜਿਨ੍ਹਾਂ ਦੇ ਵਿੱਚ ਮਾਰਟਿਨ ਨੇ ਟੈਂਡਰ ਲੈ ਲਿਆ, ਗਵਰਨਮੈਂਟ ਨੂੰ ਮਿਨੀਮਮ ਗਰੰਟਿਡ ਰੈਵਨਿਊ ਉਹ ਦੇ ਰਿਹਾ ਹੈ। ਵੈਸਟ ਬੰਗਾਲ ਲਾ ਲਓ, ਕਈ ਸਟੇਟਾਂ ਜਿਨ੍ਹਾਂ 'ਚ ਵੈਸਟ ਬੰਗਾਲ ਦੀ ਤਾਂ ਚੱਲ ਰਹੀ ਹੈ, ਮਿਜ਼ੋਰਮ ਲਾ ਲਓ, ਸਿੱਕਮ ਲਾ ਲਓ, ਉਹਨਾਂ ਦੇ ਮਾਰਟਿਨ ਨੇ ਟੈਂਡਰ ਤਾਂ ਲੈ ਲਿਆ, ਉਹਨੂੰ ਮਿਨੀਮਮ ਗਰੰਟਿਡ ਰੈਵਨਿਊ ਦੇ ਰਿਹਾ ਹੈ, ਪਰੰਤੂ ਲੋਟਰੀ ਇੱਕ ਵੀ ਨਹੀਂ ਚਲਾ ਰਿਹਾ। ਪੰਜਾਬ ਦੇ ਵਿੱਚ ਹੁਣ 30 ਕਰੋੜ ਰੁਪਇਆ ਰੈਵਨਿਊ ਤਾਂ ਦੇ ਰਿਹਾ ਹੈ, ਪਿਛਲੇ 6 ਮਹੀਨੇ ਤੋਂ ਪੰਜਾਬ ਦੀ ਇੱਕ ਵੀ ਲੋਟਰੀ ਨਹੀਂ ਚਲਾ ਰਿਹਾ। ਸਿਰਫ ਉਹ ਨਾਗਾਲੈਂਡ ਸਟੇਟ ਲੋਟਰੀ, ਡੀਅਰ ਲੋਟਰੀ ਪ੍ਰਮੋਟ ਕਰ ਰਿਹਾ, ਕਿਉਂਕਿ ਉਹਦੇ ਵਿੱਚੋਂ ਉਹਨੂੰ ਸਭ ਤੋਂ ਜ਼ਿਆਦਾ ਵੱਧ ਕਮਾਈ ਹੈ। ਜੀ, ਇੱਕ ਚੀਜ਼ ਮੈਨੂੰ ਹੋਰ ਥੋੜੀ ਜਿਹੀ ਦੱਸੋ ਕਿ ਜਿਹੜੀ ਤੁਸੀਂ ਦੂਸਰੀ ਪਟੀਸ਼ਨ ਦਾਇਰ ਕੀਤੀ ਸੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ, ਉਹ ਕਿਸ ਸਬੰਧ ਦੇ ਵਿੱਚ ਸੀ? ਉਹਦਾ ਕੀ ਮਕਸਦ ਸੀ ਤੇ ਕੀ ਉਹਦੇ ਵਿੱਚ ਹੋਇਆ ਹਜੇ ਤੱਕ? ਰੰਧਾਵਾ ਜੀ, ਦੂਸਰੀ ਮੈਂ ਜਿਵੇਂ ਪਹਿਲਾਂ ਜ਼ਿਕਰ ਕੀਤਾ ਸੀ ਕਿ ਕੋਈ ਵੀ ਪੇਪਰ ਲੋਟਰੀ ਨੂੰ ਅਸੀਂ ਆਨਲਾਈਨ ਮੋਡ ਵੈਬਸਾਈਟ ਜਾਂ ਫੇਸਬੁੱਕ ਤੇ ਨਹੀਂ ਵੇਚ ਸਕਦੇ। ਜਦੋਂ ਮੈਂ ਮਾਨਯੋਗ ਸੀਐਮ ਸਾਹਿਬ ਨੂੰ ਐਪਲੀਕੇਸ਼ਨ ਦਿੱਤੀ ਇਹਦੇ ਬਾਰੇ, ਤਾਂ ਉਹ ਐਪਲੀਕੇਸ਼ਨ ਘੁੰਮਦੀ ਹੋਈ ਡੀਜੀਪੀ ਸਾਹਿਬ ਦੇ ਥਰੂ ਸਾਈਬਰ ਕ੍ਰਾਈਮ ਦੇ ਕੋਲ ਆ ਗਈ। ਅੱਛਾ, ਸਾਈਬਰ ਕ੍ਰਾਈਮ ਕੋਲ ਮੈਂ ਜਾ ਕੇ ਆਪਦੇ ਬਿਆਨ ਦੇ ਕੇ, ਜਿਹੜਾ ਮੋਹਾਲੀ ਹੈ ਜੀ, ਏਡੀਜੀਪੀ ਸਾਈਬਰ ਕ੍ਰਾਈਮ ਕੋਲ ਆਈ, ਥੱਲੇ ਉਹਨਾਂ ਨੇ ਆਈਓ ਨੂੰ ਅਪਾਇੰਟ ਕੀਤਾ। ਉੱਥੇ ਮੈਂ ਆਪਦੇ ਬਿਆਨ ਦੇ ਕੇ ਆਇਆ ਵੀ ਆਹ ਵਾਲੀਆਂ ਵੈਬਸਾਈਟ ਚੱਲ ਰਹੀਆਂ, ਆਹ ਵਾਲੇ ਫੇਸਬੁੱਕ ਅਕਾਊਂਟ ਚੱਲ ਰਹੇ ਆ, ਇਹਨਾਂ ਦੇ ਰਾਹੀਂ ਇਲੀਗਲ ਲੋਟਰੀ ਵਿਕ ਰਹੀ ਹੈ। ਇਲੀਗਲ ਲੋਟਰੀ ਦਾ ਜਿਹੜਾ ਪੈਸਾ ਉਹ ਪੇਪਾਲ, ਗੂਗਲ ਪੇ ਦੇ ਥਰੂ ਆ ਰਿਹਾ, ਉਹ ਪੈਸਾ ਇਹਨਾਂ ਡਿਸਟ੍ਰੀਬਿਊਟਰਾਂ ਦੇ ਅਕਾਊਂਟਾਂ 'ਚ ਜਾ ਰਿਹਾ ਹੈ। ਦੈਨ ਉਹ ਪੈਸਾ ਮਾਰਟਿਨ ਕੋਲ ਜਾ ਰਿਹਾ ਹੈ, ਫਿਊਚਰ ਗੇਮਿੰਗ ਕੋਲ। ਤੁਸੀਂ ਵੀ ਰੰਧਾਵਾ ਸਾਹਿਬ ਹੈਰਾਨ ਹੋਵੋਗੇ, ਜਿਸ ਦਿਨ 26 ਮਾਰਚ ਨੂੰ ਮੇਰੀ ਮੀਟਿੰਗ ਹੋਈ, ਜਿਸ ਦਿਨ ਮੈਂ ਮੁੱਦਾ ਚੱਕਿਆ ਵੀ ਆ ਵੈਬਸਾਈਟਾਂ ਤੇ ਇਲੀਗਲ ਲੋਟਰੀ ਵਿਕ ਰਹੀ, ਮੈਂ ਆਪਦੇ ਮੋਬਾਈਲ ਤੋਂ ਅਜਵਾਏ ਕੁਮਾਰ ਸਿਨਹਾ ਜੀ ਨੂੰ ਦਿਖਾਇਆ, ਮੈਂ ਕਿਹਾ ਦੇਖੋ ਹੁਣ ਵੀ ਵਿਕਦੀ ਪਈ ਹੈ, ਸ਼ਾਮ ਨੂੰ 6 ਵਜੇ ਲੋਟਰੀ ਹੈ। ਉਹ ਡਿਸਟ੍ਰੀਬਿਊਟਰ ਕਹਿੰਦੇ ਜੀ ਅਸੀਂ ਜਿਹੜੀ ਲੋਟਰੀ ਜਿਹੜੀ ਆਨਲਾਈਨ ਪਾਉਂਦੇ ਆ ਨਾ, ਉਹ ਅਸੀਂ ਉਹਨਾਂ ਨੂੰ ਫਿਜ਼ੀਕਲ ਰੂਪ 'ਚ ਕੋਰੀਅਰ ਭੇਜ ਦਿੰਦੇ ਆ। ਅੱਛਾ, ਮੈਂ ਕਿਹਾ ਸਰ 6 ਵਜੇ ਡਰਾ ਹੈ, ਮੈਂ ਬੈਠਾ ਹਰਿਆਣੇ, ਮੈਂ ਬੈਠਾ ਪਾਣੀਪਤ, ਦਿੱਲੀ ਹੈ, ਮੈਂ ਕਿਹਾ ਇਹਨਾਂ ਨੂੰ ਡਿਸਟ੍ਰੀਬਿਊਟਰ ਸਾਹਿਬ ਨੂੰ ਪੁੱਛੋ ਵੀ 6 ਵਜੇ ਡਰਾ ਹੈ, ਮੈਂ 4 ਵਜੇ ਆਨਲਾਈਨ ਲਾਟਰ ਪਾ ਰਿਹਾ, ਤੇ ਮੈਨੂੰ ਕਿਵੇਂ ਫਿਜ਼ੀਕਲ ਰੂਪ 'ਚ ਪਹੁੰਚਾਉਣਗੇ ਉਹ ਲੋਟਰੀ? ਬਿਲਕੁਲ, ਇਹ ਲੋਟਰੀ ਦਾ ਇੰਨਾ ਜ਼ਿਆਦਾ ਇਹਨਾਂ ਨੇ ਪ੍ਰਚਾਰ ਕੀਤਾ ਹੋਇਆ, ਕਿਉਂਕਿ ਆਮ ਲੇਮੈਨ ਇਹ ਦੇਖ ਲੈਂਦਾ ਵੀ 10 ਰੁਪਏ ਲਾਓ ਤਾਂ ਕਰੋੜ ਰੁਪਇਆ ਨਿਕਲੂਗਾ ਜੀ। ਇੰਨੀਆਂ ਜ਼ਿਆਦਾ ਸਟੇਟਾਂ 'ਚ ਤੁਸੀਂ ਹੈਰਾਨ ਹੋਗੇ ਰੰਧਾਵਾ ਜੀ, ਜੇ ਇਹਦੀ ਨਿਰਪੱਖ ਜਾਂਚ ਹੋ ਗਈ, ਇਹਨਾਂ ਦੇ ਬੈਂਕ ਅਕਾਊਂਟ ਖੰਗਾਲੇ ਗਏ, ਇੱਕ ਡਿਸਟ੍ਰੀਬਿਊਟਰ ਕੋਲ ਸ਼ਾਮ ਨੂੰ 15-15, 16-16 ਲੱਖ ਰੁਪਇਆ ਲੋਟਰੀ ਦਾ ਆ ਰਿਹਾ ਆਨਲਾਈਨ, ਜਿਹੜੀ ਇਹ ਪੇਪਰ ਲੋਟਰੀ ਨੂੰ ਆਨਲਾਈਨ ਮੋਡ ਦੇ ਵਿੱਚ ਹਰ ਰੋਜ਼। ਇਹੀ ਮੈਂ ਕਿਹਾ 900 ਕਰੋੜ ਰੁਪਏ ਦਾ ਜਿਹੜਾ ਘਪਲਾ ਹੈ ਪੰਜਾਬ ਸਰਕਾਰ ਨਾਲ ਹੋ ਰਿਹਾ, ਕਿਉਂਕਿ ਜਿਹੜਾ ਆਨਲਾਈਨ ਮੋਡ ਦੇ ਵਿੱਚ ਪੈਸਾ ਆ ਰਿਹਾ, ਉਹਦੇ ਤੇ ਨਾ ਤਾਂ TDS ਕੱਟਿਆ ਜਾ ਰਿਹਾ ਜੀ, ਨਾ ਹੀ ਕੋਈ ਸਰਕਾਰ ਨੂੰ ਟੈਕਸ ਦਿੱਤਾ ਜਾ ਰਿਹਾ। ਦੂਸਰਾ ਰੰਧਾਵਾ ਸਾਹਿਬ, ਮੈਂ ਤੁਹਾਨੂੰ ਵੀਡੀਓ ਕਲਿੱਪ ਦਊਂਗਾ। ਦੂਸਰਾ ਮੈਂ ਮੁੱਦਾ ਉਠਾਇਆ ਕਿ ਲੋਟਰੀ ਨੂੰ ਬੰਡਲ ਦੇ ਵਿੱਚ ਨਹੀਂ ਵੇਚਿਆ ਜਾ ਸਕਦਾ। ਤੁਸੀਂ ਇੱਕ ਚਿੱਠੀ ਵੀ ਲਿਖੀ ਆ? ਚਿੱਠੀ ਮੈਂ ਹੁਣ 2 ਦਿਨ ਪਹਿਲਾਂ ਹੀ ਲਿਖੀ ਹੈ। ਇਹ ਕੀ ਕਰ ਰਿਹਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜੀ, ਇਹਦੇ ਵਿੱਚ ਕੀ ਕਰ ਰਿਹਾ, 20 ਟਿਕਟਾਂ, 50 ਟਿਕਟਾਂ, 100 ਟਿਕਟਾਂ, 200 ਟਿਕਟਾਂ, 500 ਟਿਕਟਾਂ ਦੇ ਬੰਡਲ ਬਣਾ ਕੇ ਵੇਚ ਰਿਹਾ। ਉਹ ਬੰਡਲ ਦੇ ਵਿੱਚ ਕੀ ਹੈ, ਟਿਕਟ ਦਾ ਨੰਬਰ ਤਾਂ ਸੇਮ ਹੀ ਹੈ, 42300 100 ਟਿਕਟਾਂ ਦਾ ਸੇਮ ਨੰਬਰ। ਅੱਛਾ, ਅੱਗੇ ਸੀਰੀ ਚੇਂਜ ਕਰ ਦਿੰਦੇ ਆ, ABCD ਇਸ ਤਰ੍ਹਾਂ ਬਣਾ ਕੇ AZ, ਅਗਲੀ ਸੀਰੀ ਚੇਂਜ ਕਰਤੀ, ਬਾਕੀ 100 ਦੀਆਂ 100 ਟਿਕਟਾਂ ਦਾ ਬੰਡਲ ਦਾ ਨੰਬਰ ਇੱਕੋ ਹੈ। ਰੰਧਾਵਾ ਜੀ, ਉਹ 6 ਰੁਪਏ ਦੀ ਟਿਕਟ ਹੈ। ਅੱਛਾ, ਤੁਸੀਂ 100 ਬੰਡਲ ਦਾ ਟਿਕਟ 600 ਰੁਪਏ ਦਾ ਤੁਸੀਂ ਉਹ ਬੰਡਲ ਖਰੀਦ ਲਿਆ ਜੀ, ਇਹਨਾਂ ਦੀ ਜੇਬ 'ਚ ਤਾਂ 600 ਰੁਪਏ ਚਲੇ ਗਿਆ ਜੀ। ਉਹਦੇ ਵਿੱਚੋਂ ਮੰਨ ਲਓ ਇੱਕ ਟਿਕਟ ਤੇ ਕੋਈ ਪ੍ਰਾਈਜ਼ ਆਉਂਦਾ ਹੈ, ਜਿਹੜੀ ਟਿਕਟ ਤੇ ਪ੍ਰਾਈਜ਼ ਆਊਗਾ ਇਹ TDS ਸਿਰਫ ਉਸੇ ਦਾ ਭਰਦੇ ਆ, ਬਾਕੀ ਮਤਲਬ ਕਿ 600 ਚੋਂ 6 ਮਾਈਨਸ ਕਰਕੇ ਜਿੰਨੇ ਪੈਸੇ ਕਮਾਏ ਉਸ ਤੇ ਕੋਈ TDS ਨਹੀਂ ਭਰਦੀ। ਇਹ ਫਿਰ ਸ਼ੋਅ ਕਰ ਦਿੰਦੇ ਵੀ ਆਹ ਟਿਕਟ ਦਾ ਨੰਬਰ ਹੈ ਤੇ ਆਹੀ ਵਿਕਿਆ, ਹਾਲਾਂਕਿ ਬੰਡਲ ਦੇ ਵਿੱਚ ਵੇਚ ਹੀ ਨਹੀਂ ਸਕਦੇ। ਇਹ ਲੋਟਰੀ ਰੈਗੂਲੇਸ਼ਨ ਐਕਟ ਕਹਿੰਦਾ ਹੈ ਵੀ ਕਿਸੇ ਵੀ ਟਿਕਟ ਨੂੰ ਅਸੀਂ ਪੰਚ ਕਰਕੇ ਨਹੀਂ ਵੇਚ ਸਕਦੇ। ਉਹ ਮੈਂ ਇਹਨਾਂ ਨੂੰ ਬਕਾਇਦਾ ਪਰਸੋਂ ਮੈਂ ਡਾਇਰੈਕਟਰ ਸਾਹਿਬ ਨੂੰ ਸਾਰਿਆਂ ਨੂੰ ਮੈਂ ਕਲਿੱਪ ਵੀ ਭੇਜੇ, ਤਾਂ ਉਹਦਾ ਮੈਂ ਮਤਲਬ ਕਿ ਵੀਡੀਓ ਬਣਾ ਕੇ ਦੁਕਾਨਾਂ ਦੀਆਂ ਭੇਜੀਆਂ, ਮੇਰੇ ਤੋਂ ਤੁਹਾਡੇ ਆ ਬੰਡਲ ਵਿਕਦੇ ਪਏ ਆ। ਕਹਿਣ ਤੋਂ ਭਾਵ ਪੰਜਾਬ ਦੇ ਕੋਈ ਰਿਸਪੌਂਸ ਨਹੀਂ, ਪੰਜਾਬ ਦੇ ਵਿੱਚ ਬਿਲਕੁਲ। ਤੁਸੀਂ ਰੰਧਾਵਾ ਜੀ, ਫਿਰ ਮੈਂ ਔਰ ਜਾਂ ਇਹ ਲੱਗਦਾ ਕਿ ਜਾਣ ਕੇ ਇਗਨੋਰ ਕਰ ਰਿਹਾ, ਜਾਣ ਕੇ ਇਗਨੋਰ ਹੋ ਰਿਹਾ। ਰੰਧਾਵਾ ਜੀ, ਹੁਣ ਮੇਰੇ ਘਰ ਦੇ ਵਿੱਚ ਕੋਈ ਮੇਰਾ ਪਰਿਵਾਰਕ ਮੈਂਬਰ ਚੋਰੀ ਕਰਦਾ ਪਿਆ, ਮੈਨੂੰ ਪਤਾ ਵੀ ਉਹ ਮਤਲਬ ਕਿ ਲੋਕਲ ਬ੍ਰਾਂਡ ਪਾਉਂਦਾ ਵੀ ਨਹੀਂ, ਤੇ ਸ਼ਾਮ ਨੂੰ ਉਹ ਹਰ ਰੋਜ਼ ਉਹ ਵਧੀਆ ਖਾਂਦਾ ਪੀਂਦਾ ਤੇ ਚੰਗੇ ਕੱਪੜੇ ਪਾ ਰਿਹਾ, ਉਹਦੇ ਕੋਲ ਪੈਸਾ ਕਿੱਥੋਂ ਆ ਰਿਹਾ? ਮਤਲਬ ਇੱਕ ਆਪਾਂ ਨੂੰ ਪਰਿਵਾਰ 'ਚ ਪਤਾ ਹੀ ਹੈ, ਹੁਣ ਪਤਾ ਹੀ ਹੈ ਵੀ ਕੀ ਹੋ ਰਿਹਾ ਥੱਲੇ। ਫਿਰ ਮੈਂ ਇਹਨਾਂ ਨੇ ਜਦੋਂ ਮੇਰਾ ਧਿਆਨ ਨਹੀਂ ਦਿੱਤਾ, ਤਾਂ ਮੈਂ ਮਜਬੂਰਨ ਫਿਰ ਮਾਨਯੋਗ ਹਾਈ ਕੋਰਟ ਕੋਲ ਗਿਆ। ਹਾਈ ਕੋਰਟ ਨੂੰ ਜਾ ਕੇ ਮੈਂ ਵਿਦ ਐਵੀਡੈਂਸ ਦਿੱਤੀ, ਮੈਂ ਕਿਹਾ ਆਹ ਵਾਲੀਆਂ ਲੋਟਰੀਆਂ ਵੈਬਸਾਈਟਾਂ ਜਿਹੜੀਆਂ ਬਣੀਆਂ, ਆਹ ਵਾਲੇ ਫੇਸਬੁੱਕ ਅਕਾਊਂਟ ਹੈ, ਸ਼ਰੇਆਮ ਪੰਜਾਬ ਦੇ ਵਿੱਚ ਇਹ ਗੈਰ ਕਾਨੂੰਨੀ ਕੰਮ ਹੋ ਰਿਹਾ। ਤਾਂ ਮਾਨਯੋਗ ਹਾਈ ਕੋਰਟ ਨੇ
ਉਹਦਾ ਨੋਟਿਸ ਲਿਆ ਸਰਕਾਰ ਨੂੰ, ਨੋਟਿਸ ਆਫ ਮੋਸ਼ਨ ਕੱਢਿਆ ਉਹਨਾਂ ਨੇ 26 ਜਨਵਰੀ ਮੇਰੇ ਖਿਆਲ ਨਾਲ, ਉਸ ਤੋਂ ਪਹਿਲਾਂ ਕੋਈ ਸੰਨ 2024 ਚ, ਹਾਂ ਜਨਵਰੀ ਦੀ ਉਹਨਾਂ ਨੇ ਡੇਟ ਰੱਖੀ ਹੈ। ਤੇ ਮੈਨੂੰ ਉਮੀਦ ਹੈ ਕਿ ਜੇ ਇਹਦੇ ਤੇ ਫੇਰ ਇਨਵੈਸਟੀਗੇਸ਼ਨ ਕੀਤੀ ਜਾਵੇ ਤਾਂ ਇਹਦੇ ਤੋਂ ਲਾਜ਼ਮੀ ਇੱਕ ਬਹੁਤ ਵੱਡਾ, ਜਿਹਨੂੰ ਝੁਠਲਾਇਆ ਹੀ ਨਹੀਂ ਜਾ ਸਕਦਾ ਰੰਧਾਵਾ ਜੀ। ਹੁਣ ਤੁਸੀਂ ਗ੍ਰਾਹਕ ਹੋ, ਤੁਸੀਂ ਮੈਨੂੰ ਪੇਪਾਲ ਦੇ ਰਾਹੀਂ ਪੈਸੇ ਭੇਜੇ ਹੈ ਜੀ, ਮੈਂ ਉਹ ਪੇਪਾਲ ਦੇ ਪੈਸੇ ਅੱਗੇ ਮੇਨ ਸੋਲ ਸੇਲਿੰਗ ਏਜੰਟ ਨੂੰ ਭੇਜੇ ਹੈ। ਜਦੋਂ ਪੁਰਾਣੇ ਬੈਂਕ ਅਕਾਊਂਟ ਖੰਗਾਲੇ, ਇਹਨੂੰ ਤਾਂ ਅਸੀਂ ਚੇਂਜ ਕਰ ਹੀ ਨਹੀਂ ਸਕਦੇ। ਜਦੋਂ ਤੋਂ ਮੈਂ ਤੁਹਾਨੂੰ ਦੱਸਿਆ, ਮੈਂ ਮਾਰਚ 'ਚ ਜਦੋਂ ਮੀਟਿੰਗ 'ਚ ਮੁੱਦਾ ਉਠਾਇਆ, ਸ਼ਾਮ ਨੂੰ 35-40 ਜਿਹੜੇ ਮੇਨ ਪਲੇਅਰ ਸੀ ਕਿੰਗ ਪਿਨ, ਉਹਨਾਂ ਦੀਆਂ ਸਾਰੀਆਂ ਵੈਬਸਾਈਟਸ ਅੰਡਰ ਮੇਨਟੇਨੈਂਸ ਆ ਗਈਆਂ ਸੀ। ਉਸ ਤੋਂ ਬਾਅਦ ਅੱਜ ਅੰਡਰ ਮੇਨਟੇਨੈਂਸ ਹੀ ਆ ਉਹ। ਸੋ ਇਹ ਜਿਹੜੀ ਸਰਕਾਰ ਆ, ਇੱਕ ਤਾਂ ਕੋਈ ਇਹਨਾਂ ਨੂੰ ਕਮਿਊਨੀਕੇਸ਼ਨ ਦੇ ਦਿਓ, ਕੋਈ ਚਿੱਠੀ ਲਿਖ ਦਿਓ, ਕੋਈ ਪੱਤਰ ਲਿਖ ਦਿਓ, ਉਹਦਾ ਜਵਾਬ ਨਹੀਂ ਦੇਣਾ। ਦੂਸਰਾ ਜਿਹੜੀ ਤੁਹਾਡੀ ਮੰਗ ਆ ਕਿ ਇਹਦੀ ਪ੍ਰੋਪਰਲੀ ਜਾਂਚ ਹੋਵੇ, ਇਹਦੀ ਤਫਤੀਸ਼ ਹੋਵੇ, ਉਹ ਹਜੇ ਤੱਕ ਉਸ ਪਾਸੇ ਕੋਈ ਧਿਆਨ ਨਹੀਂ ਆ। ਤੇ ਇੱਕ ਪਾਸੇ ਸਰਕਾਰ ਕਹਿੰਦੀ ਹੈ ਕਿ ਸਾਡਾ ਮਾਲੀਆ ਵਧੇ, ਤੇ ਵਧਣਾ ਕਿਸ ਤਰ੍ਹਾਂ? ਲੱਗਦਾ ਕਿਤੇ ਪ੍ਰਾਇਰਟੀਜ਼ ਕਿਤੇ ਹੋਰ ਆ। ਰੰਧਾਵਾ ਜੀ, ਤੁਸੀਂ ਜਿਹੜਾ ਵੀ ਮੈਂ ਮੁੱਦਾ ਉਠਾਇਆ ਹੈ, ਇਹ ਪੰਜਾਬ ਦੇ ਵਿੱਚ ਜੋ ਇਲੀਗਲ ਲੋਟਰੀ ਵਿਕਰੀ ਹੈ ਉਹਦੇ ਬਾਰੇ, ਜਾਂ ਪੰਜਾਬ ਦੇ 'ਚ 2008 ਤੋਂ ਲੈ ਕੇ ਕਿੰਨਾ ਮਾਲੀਆ ਘਟਿਆ ਉਹਦੇ ਬਾਰੇ, ਇਹਦੇ ਵਿੱਚ ਮੈਂ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੂੰ ਕਹਿਣਾ ਚਾਹਾਂਗਾ, ਮੇਰਾ ਇਹਦੇ 'ਚ ਕੋਈ ਜਾਤੀ ਮਸਲਾ ਨਹੀਂ, ਮੇਰਾ ਕੋਈ ਜਾਤੀ ਨੁਕਸਾਨ ਨਹੀਂ ਹੋ ਰਿਹਾ। ਮੈਂ ਸਿਰਫ ਪੰਜਾਬ ਦੇ ਹਿੱਤਾਂ ਦੀ ਗੱਲ ਕਰ ਰਿਹਾ ਕਿ ਜੇ ਅੱਜ ਕੇਰਲ ਰਾਜ ਐਡੇ ਜ਼ਿਆਦਾ ਕਮਾ ਸਕਦਾ ਹੈ, ਅਸੀਂ ਉਂਝ ਤਾਂ ਕਹਿੰਦੇ ਹਾਂ ਸਾਡੇ ਕੋਲ ਪੈਸੇ ਦੀ ਘਾਟ ਹੈ। ਇਸ ਚੀਜ਼ ਤੇ ਸਿਰਫ ਇੱਕ ਨਿਰਪੱਖ ਨਿਗਾਹ ਹੀ ਰੱਖ ਲਓ। ਨਿਗਾਹ ਰੱਖਣ ਨਾਲ ਜੇ ਤੁਹਾਨੂੰ 1000 ਕਰੋੜ ਰੁਪਇਆ ਸਾਲਾਨਾ ਤੁਹਾਡਾ ਮਾਲੀਆ ਵੱਧ ਸਕਦਾ ਹੈ, ਤਾਂ ਰੰਧਾਵਾ ਜੀ ਤੁਸੀਂ ਮੇਰੇ ਅੰਦਾਜ਼ੇ ਦੇ ਅਨੁਸਾਰ ਇੱਕ ਪੂਰਾ ਦਾ ਪੂਰਾ ਡਿਪਾਰਟਮੈਂਟ ਇਸ ਮਾਲੀਏ ਦੇ ਨਾਲ ਚੱਲ ਸਕਦਾ ਹੈ। ਹੈਲਥ ਸਿਸਟਮ ਚੱਲ ਸਕਦਾ ਹੈ, ਐਜੂਕੇਸ਼ਨ ਸਿਸਟਮ ਚੱਲ ਸਕਦਾ ਹੈ। ਪਰੰਤੂ ਮੈਂ ਹੈਰਾਨ ਆ ਵੀ ਮੈਂ ਐਡੇ ਗੰਭੀਰ ਮੁੱਦੇ ਵਿਦ ਐਵੀਡੈਂਸ ਸਰਕਾਰ ਨੂੰ ਦਿੱਤੇ ਹੈ, ਉਸ ਤੇ ਕੋਈ ਧਿਆਨ ਨਹੀਂ ਹੈ। ਮੈਂ ਸਰਕਾਰ ਨੂੰ ਕਹਿ ਰਿਹਾ ਮੇਰੀਆਂ ਸਿਰਫ 3 ਸ਼ਰਤਾਂ ਮੰਨ ਲਓ। ਮੈਂ ਨਹੀਂ, ਜੇ 3 ਸ਼ਰਤਾਂ ਮੰਨ ਲਓਗੇ ਤਾਂ ਮੇਰੇ ਤੋਂ ਬਿਨਾਂ ਹੋਰ ਵੀ ਕੰਪੀਟੀਟਰ ਟੈਂਡਰ 'ਚ ਆ ਜਾਣਗੇ। ਤੁਸੀਂ 50 ਕਰੋੜ ਕਹਿੰਦੇ ਹੋ, 100 ਕਰੋੜ ਰੁਪਏ ਅਸੀਂ ਕਹਿੰਦੇ ਆ ਵੀ 100 ਕਰੋੜ ਦੇ ਕਰੀਬ ਮਾਲੀਆ ਆਊਗਾ। ਪਰੰਤੂ ਸਰਕਾਰ ਦਾ ਮੈਨੂੰ ਨਹੀਂ ਪਤਾ ਬਿਹਾਈਂਡ ਦਾ ਕਰਟਨ ਕੀ ਸੀਨ ਹੈ। ਮਤਲਬ ਕਿ ਸਰਕਾਰ ਐਡੇ ਗੰਭੀਰ ਮੁੱਦੇ ਤੇ ਧਿਆਨ ਦੇਣ ਨੂੰ ਵੀ ਮਤਲਬ ਕਿ ਚਿੰਤਤ ਨਹੀਂ ਹੈ ਜੀ। ਅਰੁਣਜੋਤ ਸਿੰਘ ਸੋਢੀ ਜੀ, ਤੁਸੀਂ ਸਾਡੇ ਸਟੂਡੀਓ ਦੇ ਵਿੱਚ ਆਏ ਔਰ ਇਹ ਤਮਾਮ ਤੁਸੀਂ ਜਾਣਕਾਰੀ ਦਿੱਤੀ। ਔਰ ਮੈਂ ਆਪਣੇ ਦਰਸ਼ਕਾਂ ਨੂੰ ਇਹ ਵੀ ਦੱਸਦਾ ਕਿ ਇਹ ਸਾਡੀ ਕੋਈ ਪਹਿਲੀ ਜਾਂ ਆਖਰੀ ਮੁਲਾਕਾਤ ਨਹੀਂ ਹੋਏਗੀ। ਇਸ ਤੋਂ ਬਾਅਦ ਵੀ ਅਸੀਂ ਕਈ ਮੁਲਾਕਾਤਾਂ ਕਰਾਂਗੇ ਔਰ ਸਮਝਾਂਗੇ ਕਿ ਇਸ ਮੁੱਦੇ ਉੱਤੇ ਸਰਕਾਰ ਇੰਨੀ ਉਦਾਸੀਨ ਕਿਉਂ ਆ, ਕਿਉਂ ਉਹਦਾ ਇੰਨਾ ਇਨਡਿਫਰੈਂਟ ਐਟੀਟਿਊਡ ਆ, ਕਿਉਂ ਉਹ ਐਕਟਿਵਲੀ ਇਸ ਉੱਤੇ ਕੰਮ ਨਹੀਂ ਕਰਦੀ, ਜਾਂ ਕੀ ਉਹਨਾਂ ਦੇ ਅਫਸਰ ਉਹਨਾਂ ਨੂੰ ਕੰਮ ਨਹੀਂ ਕਰਨ ਦਿੰਦੇ। ਤੁਸੀਂ ਆਏ, ਤੁਹਾਡਾ ਫੇਰ ਇੱਕ ਵਾਰੀ ਕਨੈਕਟ FM ਕੈਨੇਡਾ ਵੱਲੋਂ ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਰੰਧਾਵਾ ਜੀ।